ਸ਼ਬਦ ਵਿਚਾਰ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਸ਼ਲੋਕ ਭਾਈ ਸਾਹਿਬ ਜੀ ਪਾਸੋਂ ਆਪ ਜੀਆਂ ਨੇ ਸਰਵਨ ਕੀਤੇ। ਅੱਜ ਦੇ ਅੰਮ੍ਰਿਤਮਈ ਬਚਨਾਂ ਦੀ ਵਿਚਾਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪੁਰਬ ਦੀ ਵਿਚਾਰ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਕਰੋ ਇਕਾਗਰ। ਨਮਾਣੇ ਜੇ ਹੋ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਭਗਤ ਕਬੀਰ ਸਾਹਿਬ ਜੀ ਪਾਵਨ ਸ਼ਲੋਕਾਂ ਦੇ ਰਾਹੀਂ ਜੋ ਸਾਨੂੰ ਦੁਨਿਆਵੀ ਮਨੁੱਖੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਭਗਤ ਕਬੀਰ ਜੀਓ ਕੇ। ਇਕ ਓੰਕਾਰ ਸਤ ਗੁਰ ਪ੍ਰਸਾਦ। ਕਬੀਰ ਐਸਾ ਜੰਤ ਇਕ ਦੇਖਿਆ। ਜੈਸੀ ਤੋਈ ਲਾਖ ਦਿਸੈ ਚੰਚਲ ਬਹੁ ਗੁਨਾ। ਮਤ ਹੀਨਾ ਨਾ ਪਾਕ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਲੜੀਵਾਰ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਸ਼ਲੋਕਾਂ ਦੀ ਵਿਚਾਰ ਨਾਲ ਸਾਂਝ ਪਾਉਂਦੇ ਆ ਰਹੇ ਹੋ। ਅੱਜ ਦੇ ਇਹ ਪਾਵਨ ਸ਼ਲੋਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 1371 ਦੇ ਉੱਪਰ ਸੁਭਾਈਮਾਨ ਹਨ। ਅੱਜ ਦੇ ਇਸ ਪਾਵਨ ਸ਼ਲੋਕ ਵਿੱਚ ਕਬੀਰ ਸਾਹਿਬ ਜੀ ਕਿਰਪਾ ਕਰਦੇ ਨੇ ਕਿ ਮੈਂ ਐਸਾ ਇੱਕ ਮਨੁੱਖ ਵੇਖਿਆ ਜਿਸ ਦੀ ਹਾਲਤ ਇਸ ਤਰ੍ਹਾਂ ਦੀ ਹੈ ਕਿ ਬਾਹਰੋਂ ਤੇ ਬੜਾ ਪਾਕ ਪਵਿੱਤਰ ਲੱਗਦਾ ਹੈ, ਬਾਹਰੋਂ ਤੇ ਬੜਾ ਧਰਮੀ ਲੱਗਦਾ ਹੈ, ਬਾਹਰੋਂ ਤੇ ਬੜਾ ਸੱਚਾ ਤੇ ਸੁੱਚਾ ਜਾਪਦਾ ਹੈ, ਪਰ ਜਦੋਂ ਉਹਦੇ ਅੰਦਰ ਮਨ ਦੀ ਅਵਸਥਾ ਨੂੰ ਵੇਖਦਾ ਤੇ ਜਿੰਨਾ ਉਹ ਬਾਹਰੋਂ ਪਾਕ ਪਵਿੱਤਰ ਹੈ ਉਨਾ ਹੀ ਅੰਦਰੋਂ ਨਾਪਾਕ ਹੈ। ਬਾਹਰ ਚਮਕ ਹੈ ਪਰ ਅੰਦਰ, ਬਾਹਰੋਂ ਸੱਚਾ ਹੈ ਪਰ ਅੰਦਰੋਂ ਕੱਚਾ ਹੈ। ਕਬੀਰ ਸਾਹਿਬ ਜੀ ਕਹਿੰਦੇ ਮੈਂ ਦੇਖਦਾ ਕਿ ਬਾਹਰੋਂ ਦੇਖਣ ਨੂੰ ਤੇ ਬਹੁਤ ਵੱਡਾ ਧਰਮੀ ਲੱਗਦਾ ਹੈ, ਪਰ ਮਨ ਦੇ ਵਿੱਚ ਚੰਚਲਤਾ ਹੈ, ਮਤ ਹੀਣਾ ਹੈ। ਇਹੋ ਜਿਹਾ ਮਨੁੱਖ ਫਿਰ ਪਰਮੇਸ਼ਵਰ ਦੇ ਦਰ ਤੇ ਪ੍ਰਵਾਨ ਨਹੀਂ ਹੋ ਸਕਦਾ। ਜੋ ਧਰਮ ਦੇ ਨਾਮ ਦੇ ਉਤੇ ਪਾਖੰਡ ਸੰਸਾਰ ਦੇ ਵਿੱਚ ਹੁੰਦਾ ਦਿਸਿਆ, ਕਬੀਰ ਸਾਹਿਬ ਜੀ ਨੇ ਉਹਦਾ ਜ਼ਿਕਰ ਕੀਤਾ ਕਿ ਸਿਰਫ ਤਨ ਨੂੰ ਵੇਖ ਕੇ ਹੀ ਅਸੀਂ ਅੰਦਾਜ਼ਾ ਨਾ ਲਾਈਏ ਕਿ ਇਹ ਕਿੱਡਾ ਵੱਡਾ ਧਰਮੀ ਹੈ। ਇਹਦੇ ਵਿੱਚ ਧਰਮ ਦੇ ਕਿੰਨੇ ਕੁ ਗੁਣ ਨੇ, ਇਹ ਤਨ ਨੂੰ ਵੇਖ ਕੇ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਇਹ ਮਨ ਦੀ ਅਵਸਥਾ, ਮਾਨਸਿਕ ਅਵਸਥਾ ਨੂੰ ਵੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹਦੇ ਮਾਨਸਿਕ ਅਵਸਥਾ ਕੀ ਹੈ। ਇਸ ਲਈ ਬਹੁਤ ਉਦਾਹਰਨਾਂ ਨੇ, ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਸੱਜਣ ਨੂੰ ਸਮਝਾਇਆ ਸੀ ਉਦਾਹਰਨ ਦੇ ਕੇ ਕਿ ਕਹਿਣ ਦਾ ਭਾਂਡਾ ਬਾਹਰੋਂ ਬਹੁਤ ਲਿਸ਼ਕਦਾ ਹੈ, ਬੜਾ ਚਮਕਦਾ ਹੈ, ਪਰ ਜਦੋਂ ਉਸ ਕਹਿਣ ਦੇ ਭਾਂਡੇ ਨੂੰ ਅਸੀਂ ਰਗੜ ਕੇ ਵੇਖੀਏ ਤੇ ਅੰਦਰੋਂ ਕਾਲਖ ਤੋਂ ਸਿਵਾ ਕੁਛ ਨਹੀਂ ਮਿਲਦਾ।
ਉਜਲ ਕਹਿਹਾਂ ਚਿਲਕਣਾ ਘੋਟਮ ਕਾਲੜੀ ਮਸ। ਬੜਾ ਬਾਹਰੋਂ ਉਜਲ ਹੈ, ਚਮਕਣਾ ਹੈ, ਪਰ ਜਦੋਂ ਉਹਨੂੰ ਅਸੀਂ ਘੋਟਦੇ ਹਾਂ ਤੇ ਉਹਦੇ ਵਿੱਚੋਂ ਕਾਲੀ ਸ਼ਾਹੀ ਵਾਂਗੂ ਕਾਲਖ ਨਿਕਲਦੀ ਹੈ। ਇਸੇ ਤਰ੍ਹਾਂ ਕਬੀਰ ਜੀ ਨੇ ਲਾਖ ਦੀ ਗੱਲ ਕੀਤੀ। ਉਹ ਲਾਖ ਜੋ ਬਾਹਰੋਂ ਚਮਕਦੀ ਹੈ ਪਰ ਅੰਦਰੋਂ ਕੱਚੀ ਹੁੰਦੀ ਹੈ, ਜੋ ਆਮ ਤੌਰ ਤੇ ਇਹਨਾਂ ਰੁੱਖਾਂ ਤੋਂ ਪ੍ਰਾਪਤ ਹੁੰਦੀ ਹੈ, ਜਿਵੇਂ ਪਲਾਸ ਦਾ ਰੁੱਖ ਹੋ ਗਿਆ, ਪਿੱਪਲ ਦਾ ਰੁੱਖ ਹੋ ਗਿਆ। ਇਹਨਾਂ ਰਾਹੀਂ ਸਾਨੂੰ ਇਹ ਜਿਹੜੀ ਲਾਖ ਪ੍ਰਾਪਤ ਹੁੰਦੀ ਔਰ ਕਈ ਰੂਪ ਵਿੱਚ ਇਹਦੀ ਵਰਤੋਂ ਕੀਤੀ ਜਾਂਦੀ ਹੈ। ਕਬੀਰ ਜੀ ਕਹਿੰਦੇ ਨੇ, ਮੈਂ ਇੱਕ ਐਸਾ ਮਨੁੱਖ ਵੇਖਿਆ ਜਿਹਦੀ ਹਾਲਤ ਉਸ ਲਾਖ ਦੀ ਤਰ੍ਹਾਂ ਹੈ ਕਿ ਬਾਹਰੋਂ ਤਾਂ ਬੜੀ ਚਮਕ ਹੈ, ਦੇਖਣ ਵਾਲਾ ਕਹੇਗਾ ਵੀ ਇਹ ਬੜੀ ਪੱਕੀ ਹੈ, ਪਰ ਜਦੋਂ ਅੰਦਰ ਵੇਖਾਂਗੇ ਤੇ ਉਹਦੇ ਜਿੰਨਾ ਬਾਹਰੋਂ ਉਹ ਲਾਖ ਪੱਕੀ ਨਜ਼ਰ ਆਉਂਦੀ, ਉਨਾ ਹੀ ਅੰਦਰੋਂ ਕੱਚੀ ਹੈ। ਤੇ ਗੁਰਬਾਣੀ ਵਿੱਚੋਂ ਆਪਾਂ ਇਹਦਾ ਫੈਸਲਾ ਲਈਏ ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ, ਜਿਹਦਾ ਮੁਖ ਹੋਰ ਹੋਵੇ, ਮਨ ਹੋਰ ਹੋਵੇ, ਉਹ ਕਦੇ ਸੱਚਾ ਨਹੀਂ ਹੋ ਸਕਦਾ, ਉਹ ਤੇ ਕੱਚਾ ਹੈ, ਕਿਉਂਕਿ ਉਹਦਾ ਮਨ ਕੁਝ ਹੋਰ ਕਹਿੰਦਾ ਹੈ, ਉਹਦਾ ਮੁਖ ਕੁਝ ਹੋਰ ਕਹਿੰਦਾ ਹੈ। ਅਸੀਂ ਗੱਲਾਂ ਹੀ ਗੱਲਾਂ ਵਿੱਚ ਤਾਂ ਆਸਮਾਨ ਤੋਂ ਤਾਰੇ ਵੀ ਤੋੜ ਸਕਦੇ ਹਾਂ, ਗੱਲਾਂ ਹੀ ਗੱਲਾਂ ਦੇ ਵਿੱਚ ਅਸੀਂ ਆਸਮਾਨ ਨੂੰ ਧਰਤੀ ਤੇ ਵੀ ਲਿਆ ਸਕਦੇ ਹਾਂ, ਪਰ ਸਾਹਿਬ ਜੀ ਕਹਿੰਦੇ ਗੱਲਾਂ ਦੇ ਨਾਲ ਗੱਲ ਨਹੀਂ ਬਣਦੀ। ਪਹਿਲਾਂ ਤੇ ਬਾਣੀ ਵਿੱਚ ਸਾਨੂੰ ਇਹ ਗੱਲ ਸਮਝਾਈ ਗਈ ਕਿ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਜਿਨ੍ਹਾਂ ਦਾ ਮੁਖ ਕੁਝ ਹੋਰ ਕਹਿੰਦਾ ਹੈ, ਮਨ ਕੁਝ ਹੋਰ ਕਹਿੰਦਾ ਹੈ, ਉਹ ਫਿਰ ਕੱਚੇ ਹੀ ਜਿਹੜੇ ਨੇ ਕੱਢੇ ਜਾਂਦੇ ਨੇ ਕਿ ਇਹ ਹਜੇ ਕੱਚੇ ਨੇ, ਇਹ ਹਜੇ ਸੱਚੇ ਸੱਚ ਦੇ ਰਾਹ ਤੇ ਤੁਰਨ ਵਾਲੇ ਨਹੀਂ। ਇਸੇ ਤਰ੍ਹਾਂ ਸਾਨੂੰ ਬਾਣੀ ਵਿੱਚ ਉਦਾਹਰਨਾਂ ਦੇ ਕੇ ਸਮਝਾਇਆ ਕਿ ਤੇਰੇ ਮਨ ਦੀ ਹਾਲਤ ਕੁਝ ਹੋਰ ਹੈ, ਤਨ ਦੀ ਹਾਲਤ ਕੁਝ ਹੋਰ ਹੈ, ਗੱਲੀ ਜੋਗ ਨਾ ਹੋਈ। ਗੱਲਾਂ ਦੇ ਨਾਲ ਜੋਗ ਜਿਹੜਾ ਉਹ ਪਰਮੇਸ਼ਵਰ ਦੇ ਨਾਲ ਨਹੀਂ ਬਣਨਾ, ਗੱਲਾਂ ਨਾਲ ਜਨਮ ਨਹੀਂ ਸਵਰਦਾ, ਗੱਲਾਂ ਨਾਲ ਤੇ ਪੇਟ ਵੀ ਨਹੀਂ ਭਰਦਾ। ਜੇ ਅਸੀਂ ਆਪਣੇ ਮੁਖ ਭੁੱਖ ਲੱਗੀ ਹੋਵੇ ਤੇ ਮੁਖ ਤੋਂ ਬੰਦਾ ਰੋਟੀ ਕਰੀ ਜਾਏ ਤੇ ਸਿਰਫ ਮੁਖ ਤੋਂ ਰੋਟੀ ਕਰਨ ਨਾਲ ਪੇਟ ਨਹੀਂ ਭਰਦਾ, ਉਹ ਭੋਜਨ ਜਿਹੜਾ ਉਹਨੂੰ ਖਾਣਾ ਪਏਗਾ। ਪਿਆਸ ਲੱਗੀ ਹੋਵੇ, ਗਲਾ ਸੁੱਕਦਾ ਹੋਵੇ ਤੇ ਪਾਣੀ ਕਰਨ ਨਾਲ ਪਿਆਸ ਨਹੀਂ ਬੁਝਦੀ, ਪਾਣੀ ਪੀਣਾ ਪਏਗਾ। ਧਰਮ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਰਨੀਆਂ, ਰੱਬ ਦੀਆਂ ਗੱਲਾਂ ਕਰਨੀਆਂ ਮੁਖ ਤੋਂ ਬੜੀਆਂ ਸੁਖਾਲੀਆਂ ਨੇ, ਪਰ ਉਸ ਪਰਮੇਸ਼ਵਰ ਦੇ ਨਾਲ ਜੁੜਨਾ ਬੜਾ ਔਖਾ ਹੈ। ਧਰਮ ਕਰਕੇ ਧਰਮੀ ਬਣਨਾ ਬੜਾ ਸੌਖਾ ਹੈ, ਧਰਮ ਦਾ ਲਿਬਾਸ ਪਾ ਲੈਣਾ ਬੜਾ ਸੌਖਾ ਹੈ, ਪਰ ਮਨ ਕਰਕੇ ਧਰਮੀ ਬਣਨਾ ਬੜਾ ਔਖਾ ਹੈ। ਇਸ ਲਈ ਗੁਰੂ ਸਾਹਿਬ ਜੀ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਸੰਸਾਰ ਦੀ ਹਾਲਤ ਵੇਖ ਕੇ ਆਖਿਆ ਸੀ ਕਿ ਕਰੋੜਾਂ ਦੇ ਵਿੱਚ ਕੋਈ ਇੱਕ ਅੱਧ ਹੀ ਧਰਮੀ ਹੁੰਦਾ ਹੈ, ਜਿਹਦਾ ਚਿੱਤ ਨਿਰੰਕਾਰ ਦੇ ਨਾਲ ਜੁੜਿਆ ਹੋਵੇ। ਕੋਟਨ ਮੈਂ ਨਾਨਕ ਕਹੂ ਨਾਰਾਇਣ ਜਹ ਚੀਤ। ਹੁਣ ਗੱਲਾਂ ਵਾਲੇ ਤੇ ਕਨੇਰੇ ਨੇ, ਗੱਲਾਂ ਵਾਲੇ ਤੇ ਸੰਸਾਰ ਵਿੱਚ ਬਹੁਤ ਨੇ, ਪਰ ਮਹਾਰਾਜ ਜੀ ਕਹਿੰਦੇ ਜੇ ਕਰੋੜਾਂ ਵੀ ਤੁਸੀਂ ਇਕੱਠੇ ਕਰੋ ਤੇ ਉਹਦੇ ਵਿੱਚੋਂ ਇੱਕ ਹੀ ਨਜ਼ਰ ਆਉਂਦਾ ਜਿਹਦਾ ਚਿੱਤ ਨਿਰੰਕਾਰ ਨਾਲ ਜੁੜਿਆ ਹੋਵੇ, ਨਹੀਂ ਤੇ ਬਾਕੀ ਸਾਰੇ ਗੱਲਾਂ ਵਾਲੇ ਹੀ ਹਨ। ਇਸੇ ਲਈ ਕਬੀਰ ਜੀ ਨੇ ਵੀ ਜ਼ਿਕਰ ਕੀਤਾ। ਕਬੀਰ ਜੀ ਕਹਿੰਦੇ, ਕਬੀਰ ਐਸਾ ਜੰਤ ਇੱਕ ਦੇਖਿਆ। ਜੰਤ ਦਾ ਅਰਥ ਹੈ ਜੀਵ, ਜੀਵ ਦਾ ਅਰਥ ਹੈ ਮਨੁੱਖ, ਮਨੁੱਖ ਦਾ ਅਰਥ ਹੈ ਕਿ ਬੰਦੇ ਦੀ ਮਾਨਸਿਕ ਹਾਲਤ ਮੈਂ ਵੇਖੀ ਹੈ, ਔਰ ਉਹ ਮਾਨਸਿਕ ਤਲ ਤੇ ਹੀ ਉਹਦੀ ਪਛਾਣ ਹੋ ਸਕਦੀ ਹੈ। ਬਾਹਰੋਂ ਤੇ ਅਸੀਂ ਆਪਣੇ ਆਪ ਨੂੰ ਜਿੱਦਾਂ ਮਰਜ਼ੀ ਬਣਾ ਲਈਏ, ਸਵਾਰ ਲਈਏ, ਪਰ ਬੰਦੇ ਨੂੰ ਜੇ ਪਛਾਣਨਾ ਹੋਵੇ, ਸਮਝਣਾ ਹੋਵੇ ਤੇ ਉਹਦੀ ਮਾਨਸਿਕ ਹਾਲਤ ਵੇਖਣੀ ਪਏਗੀ ਵੀ ਕਿੱਦਾਂ ਦੀ ਹੈ।
ਔਰ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਸੀਂ ਆਉਂਦੇ ਹਾਂ। ਸਤਿਗੁਰੂ ਸਾਡੇ ਤਨ ਦੀ ਹਾਲਤ ਨਹੀਂ, ਸਾਡੇ ਮਨ ਦੀ ਹਾਲਤ ਵੇਖ ਕੇ ਦੱਸਦੇ ਨੇ ਕਿ ਤੇਰੀ ਅਵਸਥਾ ਕੀ ਹੈ। ਕਬੀਰ ਜੀ ਕਹਿੰਦੇ ਮੈਂ ਵੀ ਇੱਕ ਐਸਾ ਮਾਨਸਿਕ ਤਲ ਤੇ ਜੀਵ ਵੇਖਿਆ ਤੇ ਮੈਨੂੰ ਕਿੱਦਾਂ ਲੱਗਾ, ਜੈਸੀ ਧੋਈ ਲਾਖ, ਜਿਸ ਤਰ੍ਹਾਂ ਲਾਖ ਨੂੰ ਧੋ ਦਿੱਤਾ ਜਾਏ ਤੇ ਉਹ ਬੜਾ ਚਮਕਦੀ ਹੈ, ਇਸੇ ਤਰ੍ਹਾਂ ਬੰਦਾ ਵੀ ਬਾਹਰੋਂ ਬੜਾ ਚਮਕਦਾ ਹੈ, ਬਾਹਰ ਬੜਾ ਲਿਸ਼ਕਦਾ ਹੈ, ਬੜਾ ਚਮਕਦਾ ਹੈ। ਦੀਸੈ ਚੰਚਲ ਬਹੁ ਗੁਨਾ, ਮਤਹੀਨਾ ਨਾ ਪਾਕ। ਪਰ ਬਾਹਰੋਂ ਤਾਂ ਜਿਵੇਂ ਲਾਖ ਚਮਕਦੀ ਹੈ ਨਾ, ਇਹ ਬੰਦਾ ਵੀ ਬਾਹਰੋਂ ਚਮਕਦਾ ਹੈ, ਪਰ ਜਿਹੜੀ ਲਾਖ ਚਮਕ ਰਹੀ ਹੈ ਉਹ ਅੰਦਰੋਂ ਕੱਚੀ ਹੈ। ਇਸੇ ਤਰ੍ਹਾਂ ਜਿਹੜਾ ਬਾਹਰੋਂ ਧਰਮੀ ਧਰਮ ਦਾ ਲਿਬਾਸ ਪਾ ਕੇ ਧਰਮ ਦੀ ਗੱਲ ਕਰਦਾ ਹੈ, ਇਹ ਬਾਹਰੋਂ ਤਾਂ ਚਮਕ ਰਿਹਾ ਹੈ, ਪਰ ਕਬੀਰ ਜੀ ਕਹਿੰਦੇ ਉਹਦੇ ਅੰਦਰ ਦੀ ਹਾਲਤ ਪਤਾ ਕੀ ਹੈ, ਦੀਸੈ ਚੰਚਲ, ਉਹਦਾ ਮਨ ਅੰਦਰ ਚੰਚਲ ਹੈ। ਮਨ ਦੇ ਵਿੱਚ ਬੜੀਆਂ ਚੰਚਲਤਾਈਆਂ ਭਰੀਆਂ ਪਈਆਂ ਨੇ। ਹੁਣ ਤਨ ਦੀ ਚਮਕ ਨੂੰ ਆਪਾਂ ਕੀ ਕਰਾਂਗੇ, ਤਨ ਦੇ ਧਰਮ ਦੇ ਪਹਿਰਾਵੇ ਨੂੰ ਕੀ ਕਰਾਂਗੇ ਜੇ ਮਨ ਹੀ ਅੰਦਰ ਚੰਚਲ ਰਿਹਾ। ਨਿਤ ਉੱਠ ਕੇ ਬਾਣੀ ਦਾ ਅਭਿਆਸ, ਗੁਰੂ ਸਾਹਿਬ ਜੀ ਕਹਿੰਦੇ ਗੁਰੂ ਕੇ ਸਿੱਖਾ ਤੂੰ ਬਾਣੀ ਦਾ ਅਭਿਆਸ ਕਰ। ਕਿਉਂ ਕਰਨਾ? ਤਾਂ ਕਿ ਸਾਡਾ ਮਨ ਚੰਚਲ ਨਾ ਰਵੇ। ਮਨ ਦੇ ਵਿੱਚ ਚਤੁਰਾਈਆਂ, ਮਨ ਵਿੱਚ ਚਲਾਕੀਆਂ, ਮਨ ਵਿੱਚ ਸਿਆਣਪਾਂ ਨਾ ਰਹਿਣ। ਜਿਹੜੇ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਦਾ ਜਾਪ ਕਰਦੇ, ਉਹ ਰੋਜ਼ ਮਨ ਨੂੰ ਸਮਝਾਉਂਦੇ ਨੇ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ। ਆਪਣੇ ਆਪ ਨੂੰ ਕਹਿਣਾ ਕਿ ਹੇ ਮੇਰੇ ਮਨ, ਤੇਰੀ ਚੰਚਲਤਾ ਨਾਲ ਜਿਹੜੀਆਂ ਚਤੁਰਾਈਆਂ ਨੇ, ਇਹਨਾਂ ਚਤੁਰਾਈਆਂ ਨਾਲ ਗੱਲ ਨਹੀਂ ਬਣਨੀ। ਜਿੰਨਾ ਚਿਰ ਮਨ ਵਿੱਚ ਚੰਚਲਤਾ ਹੈ, ਚਤੁਰਾਈਆਂ ਨੇ, ਸਿਆਣਪਾਂ ਨੇ, ਉਨਾ ਚਿਰ ਅਸੀਂ ਸਫਲ ਨਹੀਂ ਹੋ ਸਕਦੇ। ਇਹ ਗੱਲ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਅਸੀਂ ਬਾਣੀ ਦੀ ਆਰੰਭਤਾ ਜਪਜੀ ਸਾਹਿਬ ਚੋਂ ਕਰਦੇ ਹਾਂ, ਉਦੋਂ ਹੀ ਗੁਰੂ ਸਾਹਿਬ ਨੇ ਸਮਝਾ ਦਿੱਤੀ ਕਿ ਜਦੋਂ ਤੂੰ ਆਨੰਦ ਸਾਹਿਬ ਦਾ ਪਾਠ ਕਰੇ ਤੈਨੂੰ ਗੱਲ ਸਮਝ ਆ ਜਾਣੀ ਚਾਹੀਦੀ ਹੈ। ਜਦੋਂ ਅਸੀਂ ਬਾਣੀ ਦੀ ਸ਼ੁਰੂਆਤ ਕੀਤੀ ਤਾਂ ਮਹਾਰਾਜ ਜੀ ਕਹਿੰਦੇ ਨੇ, ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ, ਨਾਲ ਲੱਖਾਂ ਸਿਆਣਪਾਂ ਕਿੱਥੇ ਸੀ? ਮਾਨਸਿਕ ਤਲ ਤੇ। ਕਿਉਂਕਿ ਮਨ ਚੰਚਲ ਹੈ ਨਾ, ਮਨ ਵਿੱਚ ਚਤੁਰਾਈਆਂ ਨੇ। ਤੇ ਮਹਾਰਾਜ ਜੀ ਕਹਿੰਦੇ ਤੂੰ ਭਾਵੇਂ ਜਿੰਨਾ ਮਰਜ਼ੀ ਚੰਚਲ ਹੋ ਕੇ ਚਤੁਰਾਈਆਂ ਇਕੱਠੀਆਂ ਕਰ, ਸਹਿਸ ਸਿਆਣਪਾਂ ਇਕੱਠੀਆਂ ਕਰ, ਪਰ ਤੇਰੀ ਇੱਕ ਵੀ ਸਿਆਣਪ ਕੰਮ ਨਹੀਂ ਆਉਣੀ। ਤੂੰ ਬਾਹਰੋਂ ਜਿੰਨਾ ਮਰਜ਼ੀ ਭਲਾ ਮਾਨਸ ਹੋ ਜਾ, ਪਰ ਗੱਲ ਤਾਂ ਮਨ ਦੀ ਹੈ। ਕਬੀਰ ਜੀ ਕਹਿੰਦੇ ਜਿਹੜਾ ਮੈਂ ਜਾਂ ਜੀਵ ਵੇਖਦਾ, ਮਨੁੱਖ ਵੇਖਦਾ, ਦੀਸੈ ਚੰਚਲ, ਮੈਨੂੰ ਤਾਂ ਚੰਚਲ ਦਿਸਦਾ ਹੈ। ਬਹੁ ਗੁਣਾ, ਇਹਦੇ ਵਿੱਚ ਚੰਚਲਤਾਈ ਵਾਲੇ ਬਹੁਤ ਗੁਣ ਭਰੇ ਪਏ ਨੇ। ਇੰਨਾ ਆਪਣੇ ਆਪ ਨੂੰ ਚਤਰ, ਚਲਾਕ, ਸਿਆਣਾ ਮਨੁੱਖ ਸਮਝਦਾ ਹੈ ਕਿ ਇਹ ਸਾਹਮਣੇ ਵਾਲੇ ਨੂੰ ਕੁਝ ਸਮਝਦਾ ਹੀ ਨਹੀਂ। ਇਹ ਸੋਚਦਾ ਵੀ ਬਸ ਮੈਂ ਹੀ ਚਤਰ ਹਾਂ, ਮੈਂ ਹੀ ਸਿਆਣਾ, ਮੈਂ ਹੀ ਚਲਾਕ ਹਾਂ। ਇਹਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਗੁਣ ਜਿਹੜੇ ਕਬੀਰ ਜੀ ਕਹਿੰਦੇ ਮੈਂ ਵੇਖ ਰਿਹਾ। ਅਗਲਾ ਕੀ ਹੈ? ਅੱਗੇ ਹੈ ਮਤਹੀਣਾ। ਫਿਰ ਧਿਆਨ ਦੇ ਕੇ ਸਮਝਣਾ। ਕਬੀਰ ਜੀ ਕਹਿੰਦੇ ਜੋ ਮੈਂ ਬਾਹਰੋਂ ਵੇਖ ਰਿਹਾ, ਧੋਈ ਹੋਈ ਲਾਖ ਦੀ ਤਰ੍ਹਾਂ ਚਮਕਦਾ ਪਿਆ, ਪਰ ਦੀਸੈ ਚੰਚਲ। ਇੱਕ ਪਹਿਲਾਂ ਸਭ ਤੋਂ ਪਹਿਲਾਂ ਵੀ ਉਹ ਚੰਚਲ ਦਿਸਦਾ ਹੈ, ਔਰ ਉਹਦੇ ਅੰਦਰ ਜਿਹੜੇ ਚਤੁਰਾਈ ਵਾਲੇ ਗੁਣ ਭਰੇ ਪਏ ਨੇ, ਬਹੁਤ ਭਰੇ ਪਏ ਨੇ, ਥੋੜੇ ਬਹੁਤ ਵੀ ਨਹੀਂ। ਫਿਰ ਕਬੀਰ ਜੀ ਕਹਿੰਦੇ ਮੈਂ ਇਹਦੀ ਮੱਤ ਵੇਖਦਾ, ਕਿਉਂਕਿ ਮਨ ਚੰਚਲ ਹੋਇਆ ਤੇ ਫਿਰ ਇਹਦੀ ਮੱਤ ਵੀ ਵੇਖਣੀ ਪਏਗੀ। ਤੇ ਜਦੋਂ ਮੈਂ ਇਹਦੀ ਮੱਤ ਵੇਖਦਾ ਤੇ ਇਹ ਤੇ ਮੱਤ ਦਾ ਹੀਣਾ ਹੈ, ਇਹ ਤੇ ਮੱਤ ਦਾ ਖਾਲੀ ਹੈ।
ਹੁਣ ਧਿਆਨ ਰੱਖਿਓ, ਮਨ ਔਰ ਮਤ ਇਹ ਆਪਸ ਦੇ ਵਿੱਚ ਦੋਵਾਂ ਦੀ ਅਟੈਚਮੈਂਟ ਹੈ। ਆਪਸ ਵਿੱਚ ਦੋਵੇਂ ਜਿਹੜੇ ਆ ਉਹ ਜੁੜੇ ਹੋਏ ਨੇ। ਮਤ ਦਾ ਅਸਰ ਮਨ ਤੇ ਪੈਣਾ ਹੈ। ਜਿੱਦਾਂ ਦੀ ਮਤ ਲਵਾਂਗੇ ਉਦਾਂ ਦਾ ਮਨ ਤੇ ਪ੍ਰਭਾਵ ਪਏਗਾ। ਤਾਂ ਹੀ ਤੇ ਸਾਹਿਬ ਜੀ ਨੇ ਮਨ ਨੂੰ ਕਿਹਾ ਸੀ ਕਿ ਮਨਾ, ਤੂੰ ਇਹ ਭੈੜੀ ਮਤ ਕਿੱਥੋਂ ਲੈ ਲਈ ਜੋ ਇੰਨਾ ਚੰਚਲ ਹੋ ਗਿਆ, ਇੰਨਾ ਚਤਰ ਹੋ ਗਿਆ, ਇੰਨਾ ਚਲਾਕ ਹੋ ਗਿਆ, ਇੰਨਾ ਸਿਆਣਾ ਹੋ ਗਿਆ। ਤੈਨੂੰ ਸਾਰੇ ਕੰਮ ਕਰਨ ਆ ਗਏ ਪਰ ਤੈਨੂੰ ਬੰਦਗੀ ਕਰਨੀ ਨਹੀਂ ਆਈ। ਤੈਨੂੰ ਸਾਰੇ ਕੰਮ ਕਰਨੇ ਆ ਗਏ ਪਰ ਤੈਨੂੰ ਪਾਕ ਪਵਿੱਤਰ ਹੋਣਾ ਨਹੀਂ ਆਇਆ। ਤੈਨੂੰ ਨਾਪਾਕ ਤੋਂ ਪਾਕ ਹੋਣਾ ਨਹੀਂ ਆਇਆ। ਪਾਕ ਕਹਿੰਦੇ ਪਵਿੱਤਰ। ਬਾਕੀ ਸਭ ਕੁਝ ਆ ਗਿਆ ਪਰ ਤੈਨੂੰ ਪਵਿੱਤਰ ਹੋਣਾ ਔਰ ਉਸ ਮਾਲਕ ਦੇ ਨਾਮ ਦੇ ਰੰਗ ਵਿੱਚ ਰੰਗਣਾ ਨਹੀਂ ਆਇਆ। ਮਨ ਰੇ ਕੌਣ ਕੁਮਤ ਤੈਂ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ ਰਾਮ, ਭਗਤ ਨਹਿ ਕੀਨੀ। ਤੂੰ ਭਗਤੀ ਨਹੀਂ ਕੀਤੀ, ਬਸ ਪਰਾਇਆ ਧਨ ਕਿਵੇਂ ਚੁਰਾਉਣਾ ਹੈ, ਪਰਾਏ ਰੂਪ ਵੱਲ ਕਿਸ ਤਰ੍ਹਾਂ ਗਲਤਾਨ ਹੋਣਾ ਹੈ, ਪਰਾਈ ਨਿੰਦਾ ਚੁਗਲੀ ਕਿਵੇਂ ਕਰਨੀ, ਇਹ ਸਾਰਾ ਕੁਝ ਹੀ ਤੈਨੂੰ ਆ ਗਿਆ। ਪਰ ਤੈਨੂੰ ਬੰਦਗੀ ਕਰਨੀ, ਪਰਮੇਸ਼ਵਰ ਦਾ ਨਾਮ ਸਿਮਰਨਾ ਨਹੀਂ ਆਇਆ। ਇਸ ਲਈ ਤੂੰ ਕੀ ਹੋਇਆ, ਤੂੰ ਚੰਚਲ ਹੋ ਗਿਆ, ਮਤ ਦਾ ਹੀਣਾ ਹੋ ਗਿਆ। ਔਰ ਜਿਹੜੇ ਮਤ ਅੰਦਰ ਖਾਲੀ ਹੈ, ਮਤ ਤੋਂ ਹੀਣਾ ਹੈ, ਹੁਣ ਹੋਇਆ ਕਿ ਨਾਪਾਕ। ਕਹਿਣ ਲੱਗੇ ਤੂੰ ਮਨ ਕਰਕੇ ਬਿਲਕੁਲ ਨਾਪਾਕ ਹੈ, ਤੇਰੇ ਵਿੱਚ ਪਵਿੱਤਰਤਾ ਹੈ ਹੀ ਨਹੀਂ। ਤੂੰ ਤਨ ਕਰਕੇ ਤਾਂ ਸੁੱਚਾ ਹੋ ਗਿਆ, ਪਰ ਤੂੰ ਮਨ ਕਰਕੇ ਮੈਲੇ ਦਾ ਮੈਲਾ ਹੀ ਰਹਿ ਗਿਆ। ਹੁਣ ਅੱਖਾਂ ਆਪਾਂ ਰੋਜ਼ ਭਾਵੇਂ ਪਾਣੀ ਦੇ ਛਿੱਟੇ ਮਾਰ ਮਾਰ ਕੇ ਧੋਈ ਜਾਈਏ, ਪਰ ਜੇ ਮਨ ਵਿੱਚ ਮੈਲ ਹੈ ਤੇ ਅੱਖਾਂ ਵਿੱਚ ਮੈਲ ਰਹੇਗੀ ਰਹੇਗੀ। ਕੰਨਾਂ ਦੀ ਜਿੰਨੇ ਮਰਜ਼ੀ ਤੁਸੀਂ ਸਫਾਈ ਕਰਾਈ ਜਾਓ, ਜੇ ਮਨ ਵਿੱਚ ਮੈਲ ਹੈ ਤਾਂ ਕੰਨਾਂ ਵਿੱਚ ਵੀ ਮੈਲ ਰਹੇਗੀ ਰਹੇਗੀ। ਅਸੀਂ ਇਸ ਜ਼ੁਬਾਨ ਨੂੰ ਜਿੰਨਾ ਮਰਜ਼ੀ ਇਹਨੂੰ ਰਗੜ ਰਗੜ ਕੇ ਸਾਫ਼ ਕਰ ਲਈਏ, ਪਰ ਜੇ ਮਨ ਵਿੱਚ ਮੈਲ ਹੈ ਤੇ ਜ਼ੁਬਾਨ ਵਿੱਚ ਵੀ ਮੈਲ ਰਹੇਗੀ ਰਹੇਗੀ। ਕਿਉਂਕਿ ਮਨ ਮੈਲਾ ਤਾਂ ਸਭ ਕੁਛ ਮੈਲਾ। ਤਨ ਧੋਤੈ ਮਨ ਹੱਛਾ ਨਾ ਹੋਏ। ਅਸੀਂ ਤਨ ਨੂੰ ਧੋ ਰਹੇ ਹਾਂ, ਤਨ ਨੂੰ ਅਸੀਂ ਸਵਾਰ ਰਹੇ ਹਾਂ, ਤਨ ਨੂੰ ਸੋਹਣਾ ਬਣਾ ਰਹੇ ਹਾਂ, ਪਰ ਤਨ ਦੇ ਧੋਣ ਨਾਲ ਮਨ ਨਹੀਂ, ਮਨ ਵਿੱਚੋਂ ਚੰਚਲਤਾ ਨਹੀਂ ਜਾ ਰਹੀ। ਮਨ ਜਿਹੜਾ ਨਾਪਾਕ ਹੋਇਆ ਹੋਇਆ ਇਹ ਪਾਕ ਪਵਿੱਤਰ ਨਹੀਂ ਹੋ ਰਿਹਾ। ਤਨ ਕਰਕੇ ਅਸੀਂ ਉਹਦੇ ਨਾਮ ਦਾ ਸਹਾਰਾ ਲਿਆ, ਜਾਂ ਤਨ ਕਰਕੇ ਅਸੀਂ ਗੁਰੂ ਸਾਹਿਬ ਦੇ ਦਰ ਤੇ ਆਉਂਦੇ ਪਏ ਹਾਂ, ਪਰ ਜੇ ਮਨ ਹੀ ਨਾ ਜੁੜਿਆ ਤੇ ਫਿਰ ਅੰਦਰੋਂ ਤੇ ਅਸੀਂ ਨਾਪਾਕ ਹੀ ਰਹਿ ਜਾਾਂਗੇ। ਬਾਹਰੋਂ ਅਸੀਂ ਆ ਕੇ ਪਵਿੱਤਰ ਭਾਵੇਂ ਹੋ ਜਾਈਏ, ਪਰ ਮਨ ਤੇ ਨਾਪਾਕ ਹੀ ਰਹਿ ਜਾਏਗਾ ਨਾ। ਇਸ ਲਈ ਕਹਿ ਰਹੇ ਨੇ, ਕਹਿੰਦੇ ਮੈਂ ਦੇਖਿਆ ਐਸਾ ਜੀਵ ਮਨੁੱਖ ਜਿਹੜਾ ਬਾਹਰੋਂ ਬੜਾ ਧਰਮੀ ਲੱਗਦਾ ਹੈ, ਪਰ ਅੰਦਰ ਅੰਦਰ ਉਹਦੇ ਵਿਕਾਰਾਂ ਦੀ ਮੈਲ ਭਰੀ ਪਈ ਹੈ। ਪਰ ਇੱਕ ਗੱਲ ਸਮਝ ਕੇ ਚੱਲਣਾ ਪੈਣਾ ਹੈ ਕਿ ਚਤੁਰਾਈ ਕਿਨੇ ਨਾ ਪਾਇਆ। ਚੰਚਲਤਾ ਦੇ ਨਾਲ, ਚਤੁਰਾਈ ਦੇ ਨਾਲ ਕਿਸੇ ਨੇ ਵੀ ਰੱਬ ਨੂੰ, ਪਰਮੇਸ਼ਵਰ ਨੂੰ ਨਹੀਂ ਪਾਇਆ। ਤੇ ਜੇ ਕਿਸੇ ਨੇ ਪਾਇਆ ਜਾਂ ਕਿਸੇ ਨੂੰ ਪਤਾ ਹੋਵੇ ਤਾਂ ਦੱਸਿਓ। ਪਰ ਗੁਰੂ ਸਾਹਿਬ ਜੀ ਦੀ ਬਾਣੀ ਸੱਤ ਹੈ ਕਿ ਨਾ ਕਿਸੇ ਨੇ ਪਾਇਆ ਤੇ ਨਾ ਕਿਸੇ ਅਗਾਂਹ ਪਾਉਣਾ ਹੈ। ਇਸ ਲਈ ਕਹਿ ਰਹੇ ਨੇ, ਕਹਿਣ ਲੱਗੇ ਇਸ ਬੰਦੇ ਦੀ ਹਾਲਤ ਮੈਂ ਵੇਖੀ ਕਿ ਇਹ ਜਿੰਨਾ ਬਾਹਰੋਂ ਪਵਿੱਤਰ ਨਜ਼ਰ ਆਉਂਦਾ ਉਨਾ ਹੀ ਅੰਦਰੋਂ ਮੈਲ ਨਾਲ, ਵਿਕਾਰ ਨਾਲ, ਅਵਗਣਾ ਦੇ ਨਾਲ ਭਰਿਆ ਹੋਇਆ ਇਹ ਨਜ਼ਰ ਆਉਂਦਾ ਹੈ। ਕਬੀਰ ਮੇਰੀ ਬੁੱਧ ਕੋ ਜਾਮਨਾ ਕਰੈ ਤਿਸ ਕਾਰ। ਹੁਣ ਧਿਆਨ ਰੱਖਿਓ, ਜਿਹੜਾ ਮਨ ਕਰਕੇ ਨਾਪਾਕ ਹੈ, ਅਪਵਿੱਤਰ ਹੈ, ਮੈਲਾ ਹੈ, ਉਹ ਤਾਂ ਇੱਕ ਦਿਨ ਜਮ ਦੇ ਵਸ ਪੈ ਜਾਏਗਾ। ਜਮ ਤੋਂ ਛੁਟਕਾਰਾ ਪਾਉਣਾ ਉਹਦੇ ਵਾਸਤੇ ਬੜਾ ਔਖਾ ਹੈ। ਜਮ ਦਾ ਅਰਥ ਹੈ ਜੰਮਣਾ, ਮਰਨਾ, ਦੁੱਖ ਭੋਗਣੇ। ਉਹਦੇ ਜੀਵਨ ਵਿੱਚੋਂ ਤਾਂ ਦੁੱਖ ਮੁੱਕਦੇ ਨਹੀਂ, ਜੰਮਣ ਮਰਨ ਉਹਦਾ ਮੁੱਕਦਾ ਨਹੀਂ। ਔਰ ਫਿਰ ਜਿੰਨੀ ਵਾਰ ਜੰਮਦਾ ਉਨੀ ਵਾਰ ਉਹਦੀ ਨਰਾਦਰੀ ਹੁੰਦੀ ਹੈ।
ਜਿੰਨੀ ਵਾਰੀ ਜੰਮ ਦੇ ਵਸ ਪਏਗਾ ਉਨੀ ਵਾਰ ਉਹਦੀ ਨਰਾਦਰੀ ਹੋਏਗੀ। ਪਰ ਕਬੀਰ ਸਾਹਿਬ ਜੀ ਕਹਿੰਦੇ ਆ ਕਿ ਜੋ ਮੈਂ ਆਪਣੀ ਬੁੱਧ ਦਾ ਅਰਥ ਹੈ ਅਕਲ, ਜੋ ਮੈਂ ਪਰਮੇਸ਼ਵਰ ਦੇ ਨਾਮ ਨਾਲ ਜੁੜ ਕੇ, ਪਰਵਤਦਿਗਾਰ ਨਾਲ ਜੁੜ ਕੇ ਆਪਣੀ ਮਤ, ਆਪਣੀ ਬੁੱਧ, ਆਪਣੀ ਅਕਲ ਨੂੰ ਘੜ ਲਿਆ, ਹੁਣ ਜੰਮ ਵੀ ਜਿਹੜਾ ਉਹ ਮੇਰਾ ਕੁਝ ਨਹੀਂ ਵਿਗਾੜ ਸਕਦਾ। ਜੰਮ ਵੀ ਮੇਰੇ ਨਰਾਦਰੀ ਨਹੀਂ ਕਰ ਸਕਦਾ। ਕਿਉਂ? ਕਿਉਂਕਿ ਇਹ ਜੰਮ ਵੀ ਉਸ ਮਾਲਕ ਦੇ ਹੁਕਮ ਵਿੱਚ ਹੈ ਤੇ ਮੈਂ ਉਹਦੇ ਨਾਲ ਸਾਂਝ ਪਾਈ ਹੈ ਜਿਹੜਾ ਸਭ ਤੋਂ ਵੱਡਾ ਹੈ। ਦੁਨੀਆ ਦੇ ਵਿੱਚ ਜਿਹਦੀ ਪਹੁੰਚ ਸਭ ਤੋਂ ਉੱਚੇ ਅਹੁਦੇ ਤੱਕ ਹੋਵੇ ਉਹ ਫਿਰ ਕਿਸੇ ਦੀ ਪਰਵਾਹ ਨਹੀਂ ਕਰਦਾ। ਕਿਉਂ? ਕਿਉਂਕਿ ਉਹਦੀ ਪਹੁੰਚ ਬਹੁਤ ਉੱਚੀ ਹੈ। ਜਿਹਦੀ ਪਹੁੰਚ ਪਰਮੇਸ਼ਵਰ ਤੱਕ ਹੋ ਜਾਏ, ਜਿਹੜੀ ਪਹੁੰਚ ਸਭ ਤੋਂ ਉੱਚੇ ਮਾਲਕ ਤੱਕ ਹੋ ਜਾਏ, ਉਹ ਫਿਰ ਸੰਸਾਰ ਵਿੱਚ ਕਿਸੇ ਦੀ ਪਰਵਾਹ ਨਹੀਂ, ਉਹ ਬੇਪਰਵਾਹ ਹੋ ਜਾਂਦਾ ਹੈ। ਕਬੀਰ ਜੀ ਕਹਿੰਦੇ ਜੋ ਮੈਂ ਮਤ ਅੱਗੇ ਰੱਖ ਰਿਹਾ, ਜੋ ਮੇਰੀ ਅਕਲ ਮੈਨੂੰ ਕਹਿ ਰਹੀ ਹੈ, ਹੁਣ ਉਹਨੂੰ ਜੰਮ ਵੀ ਜਿਹੜਾ ਹੈ ਉਹ ਕੱਟ ਨਹੀਂ ਸਕਦਾ, ਮੋੜ ਨਹੀਂ ਸਕਦਾ। ਕਹਿਣ ਲੱਗੇ ਜੰਮ ਜਿਹੜਾ ਹੈ ਉਹ ਮੇਰੇ ਸਾਹਮਣੇ ਖਲੋ ਵੀ ਨਹੀਂ ਸਕਦਾ। ਜਿਹੜੇ ਉਸ ਮਾਲਕ ਦੇ ਰੰਗ ਵਿੱਚ ਰੰਗੇ ਜਾਂਦੇ ਨੇ ਉਹਨਾਂ ਦੇ ਸਾਹਮਣੇ ਤਾਂ ਜੰਮ ਖਲੋ ਵੀ ਨਹੀਂ ਸਕਦਾ। ਇਸ ਲਈ ਕਬੀਰ ਮੇਰੀ ਬੁੱਧ ਕਉ, ਕਉ ਦਾ ਅਰਥ ਹੁੰਦਾ ਨੂੰ, ਕੱਕੇ ਨੂੰ ਊੜਾ ਲੱਗਾ ਹੋਇਆ ਹੈ, ਤੇ ਜੇ ਕੱਕੇ ਨੂੰ ਹੋੜਾ ਲੱਗ ਜਾਏ ਫਿਰ ਅਰਥ ਇਹਦਾ ਬਦਲ ਜਾਏਗਾ। ਕਹਿਣ ਲੱਗੇ ਜਿਹੜੀ ਮੇਰੀ ਬੁੱਧੀ ਹੈ, ਜਿਹੜੀ ਮੇਰੀ ਮਤ ਹੈ, ਜਿਹੜੀ ਮੇਰੀ ਅਕਲ ਹੈ, ਜੰਮ ਨਾ ਕਰੈ ਤਿਸ ਕਾਰ, ਜੰਮ ਜਿਹੜਾ ਉਹਦੀ ਨਰਾਦਰੀ ਨਹੀਂ ਕਰ ਸਕਦਾ। ਜੋ ਮੈਂ ਕਹਿ ਰਿਹਾ ਹਾਂ ਸੱਤ, ਉਹਨੂੰ ਜੰਮ ਵੀ ਜਿਹੜਾ ਉਹ ਮੋੜ ਨਹੀਂ ਸਕਦਾ, ਜਾਂ ਮੇਰੇ ਅੱਗੇ ਜੰਮ ਜਿਹੜਾ ਉਹ ਖਲੋ ਹੀ ਨਹੀਂ ਸਕਦਾ। ਕਿਉਂ ਨਹੀਂ ਖਲੋ ਸਕਦਾ? ਕਬੀਰ ਜੀ ਉਹਦਾ ਖੁਲਾਸਾ ਕਰਦੇ ਹਨ। ਜਿਨ ਇਹ ਜਮੂਆ ਸਿਰਜਿਆ, ਸੋ ਜਪਿਆ ਪਰਵਤਿਗਾਰ। ਕਬੀਰ ਸਾਹਿਬ ਜੀ ਕਹਿੰਦੇ ਆ ਜਿਹੜੀ ਮੇਰੀ ਬੁੱਧ ਹੈ, ਜੋ ਮੈਨੂੰ ਅਕਲ ਮਿਲੀ, ਜੋ ਮੈਨੂੰ ਮਤ ਮਿਲੀ, ਸੋਝੀ ਮਿਲੀ, ਉਥੇ ਸਾਹਮਣੇ ਜੰਮ ਵੀ ਜਿਹੜਾ ਉਹ ਖਲੋ ਨਹੀਂ ਸਕਦਾ। ਕਿਉਂਕਿ ਜਿਨ ਇਹ ਜੰਮੂਆਂ ਸਿਰਜਿਆ, ਧਿਆਨ ਰੱਖਿਓ ਕਿੰਨੇ ਬੇਪਰਵਾਹ ਨੇ ਕਬੀਰ ਸਾਹਿਬ। ਅਸੀਂ ਤਾਂ ਜੰਮ ਦੇ ਨਾਮ ਤੋਂ ਡਰਦੇ ਹਾਂ ਤੇ ਸਾਨੂੰ ਜੰਮ ਦੇ ਨਾਂ ਤੇ ਡਰਾਇਆ ਵੀ ਬੜਾ ਗਿਆ ਕਿ ਜੇ ਤੁਸੀਂ ਆਹ ਕਰਮ ਨਹੀਂ ਕਰੋਗੇ ਤੁਸੀਂ ਜੰਮ ਦੇ ਵਸ ਪੈ ਜਾਓਗੇ, ਆਹ ਕਰਮ ਨਹੀਂ ਕਰੋਗੇ ਜੰਮ ਦੇ ਵਸ। ਸਾਨੂੰ ਜੰਮ ਦੇ ਨਾਮ ਤੇ ਬੜਾ ਡਰਾਇਆ ਗਿਆ, ਔਰ ਜੰਮ ਕਹਿੰਦਿਆਂ ਵੀ ਡਰ ਲੱਗਦਾ ਹੈ। ਪਰ ਕਬੀਰ ਜੀ ਇੰਨੇ ਬੇਪਰਵਾਹ ਨੇ, ਜੰਮ ਨੂੰ ਜਮੂਆ ਕਹਿੰਦੇ ਨੇ। ਜਿਵੇਂ ਇੱਕ ਮਦਾਰੀ ਜਮੂਰਾ ਕਹਿੰਦਾ ਨਾ ਵੀ ਇਹ ਜਮੂਰਾ ਹੈ। ਜਮੂਰਾ ਕਿਉਂ ਕਹਿੰਦਾ ਹੈ? ਕਿਉਂਕਿ ਉਹਦੇ ਵਸ ਵਿੱਚ ਹੁੰਦਾ ਹੈ। ਇਸੇ ਤਰ੍ਹਾਂ ਕਬੀਰ ਜੀ ਨੇ ਜੰਮ ਨੂੰ ਜਮੂਆ ਕਹਿ ਦਿੱਤਾ। ਕਿਉਂ ਕਹਿ ਦਿੱਤਾ? ਕਿਉਂਕਿ ਪਤਾ ਹੈ ਕਿ ਇਹ ਜਮੂਆ ਮੇਰਾ ਕੀ ਕਰ ਲੇਗਾ, ਇਹ ਜੰਮ ਮੇਰਾ ਕੀ ਵਿਗਾੜ ਲੇਗਾ। ਕਿਉਂਕਿ ਮੈਂ ਤੇ ਸਾਂਝ ਹੀ ਉਹਦੇ ਨਾਲ ਪਾ ਲਈ ਜਿਹਨੇ ਇਸ ਜੰਮ ਨੂੰ ਵੀ ਸਿਰਜਿਆ ਹੈ। ਮੈਂ ਤਾਂ ਸਭ ਤੋਂ ਉੱਚੇ ਠਾਕੁਰ ਪਰਮੇਸ਼ਵਰ ਨਾਲ ਆਪਣੀ ਸਾਂਝ ਪਾ ਲਈ ਤੇ ਇਹ ਜਮੂਆ ਮੇਰਾ ਕੀ ਕਰ ਲੇਗਾ। ਅਸੀਂ ਗੁਰੂ ਸਾਹਿਬ ਦੇ ਬਚਨ ਬੜੀ ਵਾਰ ਪੜ੍ਹੇ ਸੁਣੇ, ਕਈ ਵਾਰ ਗੁਰੂ ਸਾਹਿਬ ਦੇ ਬਚਨਾਂ ਨੂੰ ਤੁਸੀਂ ਚੇਤੇ ਵੀ ਕੀਤਾ ਹੋਵੇਗਾ। ਮਹਾਰਾਜ ਕਹਿੰਦੇ ਜਿਸ ਕੈ ਸਿਰ ਉੱਪਰ ਤੂੰ ਸੁਆਮੀ, ਜਿਹਦੇ ਸਿਰ ਦੇ ਉੱਤੇ ਉਹ ਸੁਆਮੀ, ਉਹ ਪਰਮੇਸ਼ਵਰ ਮਾਲਕ ਦੇ ਮਿਹਰ ਦਾ ਹੱਥ ਹੈ, ਉਹ ਜੰਮ ਤੋਂ ਠੋਰੀ ਡਰਦਾ ਹੈ। ਉਹ ਤੇ ਕਹਿੰਦਾ ਜਮੂਆ ਤੂੰ ਪਰੇ ਹੋ, ਕਿਉਂਕਿ ਤੂੰ ਮੇਰਾ ਕੁਝ ਨਹੀਂ ਵਿਗਾੜ ਸਕਦਾ। ਕਿ ਜਿਹਨੇ ਤੈਨੂੰ ਸਿਰਜਿਆ ਮੈਂ ਤਾਂ ਉਹਦੇ ਨਾਲ ਸਾਂਝ ਪਾ ਲਈ। ਪਰ ਇਹ ਜਿਹੜਾ ਜਮੂਆ, ਜੰਮ ਨੂੰ ਜਮੂਆ ਭਗਤ ਹੀ ਕਹਿ ਸਕਦੇ ਨੇ, ਸੰਸਾਰੀ ਲੋਕ ਨਹੀਂ ਕਹਿ ਸਕਦੇ। ਕਿਉਂਕਿ ਸੰਸਾਰੀ ਲੋਕ ਤਾਂ ਜੰਮ ਤੋਂ ਡਰਦੇ ਨੇ, ਜੰਮ ਦੀ ਮਾਰ ਤੋਂ ਡਰ ਲੱਗਦਾ ਹੈ। ਹੁਣ ਜੰਮ ਦੀ ਮਾਰ ਤੋਂ ਅਸੀਂ ਬਚਣਾ ਤਾਂ ਹੀ ਹੋਏਗਾ ਜੇ ਅਸੀਂ ਸੰਸਾਰੀ ਅਵਸਥਾ ਵਿੱਚੋਂ ਨਿਕਲ ਕੇ ਭਗਤ ਅਵਸਥਾ ਵਿੱਚ ਪਹੁੰਚਾਂਗੇ, ਭਗਤੀ ਦਾ ਜਾਗ ਅੰਦਰ ਲਾਵਾਂਗੇ, ਤਾਂ ਜਾ ਕੇ ਅਸੀਂ ਇਸ ਜੰਮ ਦੇ ਡਰ ਤੋਂ ਬਾਹਰ ਆ ਸਕਦੇ ਹਾਂ।
जिसके सिर ऊपर तू स्वामी सो दुख कैसा पावे। बोल न जाने माया मद माता मरना, चीत न आवे मेरे राम राय। तू संतां का संत तेरे, तेरे सेवक को भौ किछ नाही, जम नहीं आवे नेरे। तेरे सेवक को भौ, भौ दा अर्थ हुंदा डर। ਜਿਹੜਾ ਤੇਰਾ ਸੇਵਕ ਬਣ ਗਿਆ, ਤੇਰੇ ਚਰਨਾਂ ਵਿੱਚ ਜੁੜ ਗਿਆ, ਉਹਨੂੰ ਕਿਸੇ ਪ੍ਰਕਾਰ ਦਾ ਅੰਦਰ ਡਰ ਨਹੀਂ ਹੁੰਦਾ ਤੇ ਉਹਦੇ ਨੇੜੇ ਜੰਮ, ਜਿਹਦੇ ਨੇੜੇ ਜੰਮ ਨਹੀਂ ਆਉਂਦਾ ਉਹ ਡਰੇਗਾ ਵੀ ਕਿਉਂ। ਉਹਨੂੰ ਪਤਾ ਜੰਮ ਮੇਰਾ ਕੁਝ ਵਿਗਾੜ ਨਹੀਂ ਸਕਦਾ, ਇਹ ਜੰਮੂਆ ਮੇਰਾ ਜਿਹੜਾ ਮੈਨੂੰ ਦੁੱਖ ਦੇ ਨਹੀਂ ਸਕਦਾ, ਇਹ ਜੰਮ ਮੈਨੂੰ ਦੁੱਖ ਪਹੁੰਚਾ ਨਹੀਂ ਸਕਦਾ। ਕਿਉਂ ਨਹੀਂ? ਕਿਉਂਕਿ ਜਿਹਨੇ ਸਿਰਜਿਆ ਹੈ ਮੈਂ ਤੇ ਉਹਦੇ ਨਾਲ ਸਾਂਝ ਪਾ ਲਈ। ਕਬੀਰ ਜੀ ਕਹਿੰਦੇ ਜਿਨ ਇਹ ਜੰਮੂਆ ਸਿਰਜਿਆ, ਜਿਨੇ ਇਹਦੀ ਸਿਰਜਣਾ ਕੀਤੀ, ਸੋ ਜਪਿਆ ਪਰਵਦਗਾਰ। ਉਹ ਜਿਹੜਾ ਪਰਵਦਗਾਰ ਹੈ, ਜਿਹੜਾ ਸਾਰਿਆਂ ਦਾ ਪਾਲਣ ਪੋਸ਼ਣ ਕਰਨ ਵਾਲਾ ਹੈ, ਸਾਰਿਆਂ ਦੀ ਸੰਭਾਲ ਕਰਨ ਵਾਲਾ, ਸਾਰਿਆਂ ਨੂੰ ਪਾਲਣ ਵਾਲਾ, ਸਾਰਿਆਂ ਦੀ ਸਿਰਜਣਾ ਕਰਨ ਵਾਲਾ, ਮੈਂ ਜਪਿਆ ਤੇ ਸਿਰਫ ਉਹਨੂੰ ਜਪਿਆ। ਜਿਹੜੇ ਅਧੂਰਿਆਂ ਨੂੰ ਜਪਦੇ ਨੇ ਉਹਨਾਂ ਦੇ ਅੰਦਰੋਂ ਜੰਮ ਦਾ ਡਰ ਕਦੀ ਵੀ ਨਹੀਂ ਨਿਕਲਦਾ। ਉਹ ਕਦੇ ਵੀ ਜੰਮ ਦੇ ਡਰ ਤੋਂ ਬਾਹਰ ਨਿਕਲ ਹੀ ਨਹੀਂ ਸਕਦੇ, ਕਿਉਂਕਿ ਅਧੂਰੇ ਨੇ ਜਪਾਇਆ ਹੀ ਇਸ ਤਰੀਕੇ ਨਾਲ ਹੈ। ਉਹ ਹਰ ਵੇਲੇ ਜੰਮ ਦਾ ਡਰ ਦੇ ਕੇ ਰੱਖਦਾ, ਹਰ ਵੇਲੇ ਜੰਮ ਦਾ ਡੰਡਾ ਦੇ ਰੱਖ ਕੇ ਤੇ ਉਹ ਆਪਣਾ ਹੀ ਜੋ ਨਾਮ ਜਪਾਉਂਦਾ ਰਹਿੰਦਾ ਹੈ। ਉਹ ਪੂਰੇ ਦੇ ਨਾਲ ਨਾ ਜੁੜਦਾ ਹੈ ਤੇ ਨਾ ਜੋੜਦਾ, ਜਿਹਦੇ ਕਰਕੇ ਇਹ ਜੰਮ ਦਾ ਡਰ ਅੰਦਰ ਹਰ ਵੇਲੇ ਬਣਿਆ ਰਹਿੰਦਾ ਹੈ। ਦੁੱਖਾਂ ਦਾ ਡਰ ਹਰ ਵੇਲੇ ਅੰਦਰ ਬਣਿਆ ਰਹਿੰਦਾ ਹੈ। ਹਰ ਵੇਲੇ ਬੰਦਾ ਜਿਹੜਾ ਹੈ ਉਹ ਦੁੱਖ ਤੋਂ ਘਬਰਾਉਂਦਾ ਰਹਿੰਦਾ ਹੈ, ਡਰਦਾ ਰਹਿੰਦਾ ਹੈ। ਪਰ ਜਿਨ੍ਹਾਂ ਨੇ ਸਿਰਜਣਹਾਰ ਪਰਵਤਦਿਗਾਰ ਨੂੰ ਜਪ ਲਿਆ, ਉਹ ਦੁੱਖ ਦੀ ਪਰਵਾਹ ਨਹੀਂ ਕਰਦੇ। ਜਿੰਨਾ ਮਰਜ਼ੀ ਵੱਡਾ ਦੁੱਖ ਆ ਜਾਏ, ਉਸ ਦੁੱਖ ਦਾ ਵੀ ਡਟ ਕੇ ਸਾਹਮਣਾ ਕਰਦੇ ਨੇ। ਕਿਉਂ ਕਰਦੇ ਨੇ? ਕਿਉਂਕਿ ਮੈਂ ਉਹਨੂੰ ਜਪ ਰਿਹਾ ਹਾਂ ਜਿਹੜਾ ਸਾਰੇ ਸੰਸਾਰ ਦਾ ਪਾਲਣਹਾਰ ਹੈ, ਜਿਹੜਾ ਸਾਰੇ ਸੰਸਾਰ ਦਾ ਸਿਰਜਣਹਾਰ ਹੈ। ਤਾਂ ਹੀ ਤੇ ਉਹ ਕਹਿੰਦਾ ਮਾਲਕ ਜੀ ਭਾਵੇਂ ਦੁੱਖ ਦਿਓ ਭਾਵੇਂ ਸੁੱਖ ਦਿਓ, ਮੈਂ ਤਾਂ ਸਿਰਫ ਤੁਹਾਨੂੰ ਹੀ ਜਪਣਾ। ਤੇ ਜਿਹੜੇ ਅਧੂਰੇ ਨੇ ਉਹਨਾਂ ਨੇ ਜੰਮ ਦਾ ਡਰ ਦੇ ਕੇ ਪਤਾ ਨਹੀਂ ਕਿੰਨੇ ਦਿਨਾਂ ਵਿੱਚ ਕਿੰਨਿਆਂ ਨੂੰ ਜਪਾਇਆ, ਕਿੰਨਿਆਂ ਨਾਲ ਜੋੜਿਆ, ਕਿੰਨਿਆਂ ਤੋਂ ਸਾਡੇ ਨੂੰ ਜਿਹੜਾ ਹਟਾਇਆ, ਕਿਸ ਕਿਸ ਪਾਸੇ ਸਾਨੂੰ ਲਾਇਆ। ਅੱਜ ਦੁਨੀਆ ਭਟਕ ਹੀ ਰਹੀ ਹੈ। ਪਰ ਜਿਹਨੇ ਸਿਰਜਣਹਾਰ ਨੂੰ ਜਪਿਆ ਉਹ ਕਹਿੰਦੇ ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਭੀ ਤੁਝ ਹੈ ਧਿਆਈ। ਵੀ ਜੇ ਸੁੱਖ ਦਿਓਗੇ ਤਾਂ ਵੀ ਮੈਂ ਤੈਨੂੰ ਹੀ ਜਪਣਾ, ਤੇ ਜੇ ਦੁੱਖ ਆ ਗਿਆ ਤਾਂ ਵੀ ਮੈਂ ਮਾਰੇ ਮਾਲਕਾ ਤੈਨੂੰ ਹੀ ਜਪਣਾ, ਕਿਉਂਕਿ ਮੈਂ ਜਪਿਆ ਹੀ ਇੱਕ ਨੂੰ ਹੈ, ਮੈਂ ਬਹੁਤਿਆਂ ਨੂੰ ਜਪਿਆ ਹੀ ਨਹੀਂ। ਤੇ ਜਪਿਆ ਵੀ ਉਹਨੂੰ ਹੈ ਜਿਹਨੇ ਸਾਰੇ ਸੰਸਾਰ ਦੀ ਤੇ ਇਸ ਜੰਮ ਦੀ ਸਿਰਜਣਾ ਕੀਤੀ ਹੈ। ਇਸ ਲਈ ਕਬੀਰ ਜੀ ਕਹਿੰਦੇ ਇਹ ਜੰਮ ਮੇਰਾ ਕੁਛ ਨਹੀਂ ਵਿਗਾੜ ਸਕਦਾ। ਜੋ ਮੇਰੀ ਮਤ, ਜੋ ਮੇਰੀ ਬੁੱਧ, ਜੋ ਮੇਰੀ ਅਕਲ ਹੈ, ਇਹਨੇ ਕਦੇ ਵੀ ਇਹਦੇ ਤੋਂ ਜੰਮ ਜਿਹੜਾ ਉਹ ਇਨਕਾਰੀ ਨਹੀਂ ਹੋ ਸਕਦਾ। ਇਹ ਨਹੀਂ ਕਹਿ ਸਕਦਾ ਵੀ ਕਬੀਰ ਜੀ ਨੇ ਜੋ ਆਖਿਆ ਉਹ ਗਲਤ ਆਖਿਆ। ਇਸ ਲਈ ਬੇਪਰਵਾਹ ਹੋ ਕੇ ਕਹਿ ਰਹੇ ਨੇ ਕਿ ਮੈਂ ਤਾਂ ਉਸ ਪਰਵਤਦਿਗਾਰ ਨੂੰ ਜਪਦਾ। ਇਸ ਲਈ ਲਾਖ ਦੀ ਤਰ੍ਹਾਂ ਬਾਹਰੋਂ ਚਮਕਣ ਵਾਲੇ, ਬਾਹਰੋਂ ਧਰਮ ਦਾ ਪਹਿਰਾਵਾ ਪਾ ਕੇ ਧਰਮੀ ਬਣਨ ਵਾਲੇ, ਤੂੰ ਕਿਤੇ ਮਨ ਕਰਕੇ ਪਵਿੱਤਰ ਹੋਣ ਦਾ ਯਤਨ ਕਰ। ਤੂੰ ਮਨ ਕਰਕੇ ਪਾਕ ਪਵਿੱਤਰ ਹੋ, ਮਨ ਕਰਕੇ ਆਪਣੇ ਅੰਦਰੋਂ ਸੱਚਾ ਹੋ, ਮਨ ਕਰਕੇ ਤੂੰ ਅੰਦਰੋਂ ਵਿਕਾਰਾਂ ਦੀ ਮੈਲ ਨੂੰ ਧੋ, ਤਾਂ ਕਿ ਉਸ ਪਰਵਤਦਿਗਾਰ ਦੀ ਰਹਿਮਤ ਤੇਰੇ ਤੇ ਹੋ ਸਕੇ। ਤੂੰ ਇੱਕ ਨੂੰ ਜਪ, ਇੱਕ ਨੂੰ ਜਪੇਂਗਾ, ਇੱਕ ਨੂੰ ਸਿਮਰੇਂਗਾ ਤਾਂ ਤੇਰੇ ਜੀਵਨ ਦੇ ਅੰਦਰ ਸੁੱਖ ਦੀ ਪ੍ਰਾਪਤੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਅੰਮ੍ਰਿਤਮਈ ਬਾਣੀ ਜਿਹੜੀ ਹੈ ਉਹ ਬਖਸ਼ਿਸ਼ ਦਿੰਦੇ ਨੇ। ਅੱਜ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਹੈ ਤੇ ਸਤਿਗੁਰੂ ਜੀ ਨੇ ਸਾਨੂੰ ਇਹ ਅੰਮ੍ਰਿਤਮਈ ਬਾਣੀ ਦਾ ਖਜ਼ਾਨਾ ਦਿੱਤਾ। ਔਰ ਇਸ ਅੰਮ੍ਰਿਤਮਈ ਬਾਣੀ ਦੇ ਖਜ਼ਾਨੇ ਦੇ ਵਿੱਚ ਸਾਨੂੰ ਜਦੋਂ
ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਬਖਸ਼ਿਸ਼ ਦਿੱਤੀ ਤਾਂ ਸਭ ਤੋਂ ਪਹਿਲਾਂ ਸਾਹਿਬ ਨੇ ਇਹ ਆਖਿਆ ਕਿ ਤੂੰ ਜਿਵੇਂ ਕਬੀਰ ਜੀ ਕਹਿੰਦੇ ਨੇ ਜਪਿਆ ਪਰਵਤਗਾਰ, ਤੇ ਸਾਹਿਬ ਕਹਿੰਦੇ ਜਦੋਂ ਉਸ ਪਰਵਤਗਾਰ ਉਸ ਪਰਮੇਸ਼ਵਰ ਦੇ ਨਾਮ ਨੂੰ ਤੁਸੀਂ ਸਿਮਰੋਗੇ ਤਾਂ ਤੁਹਾਡੇ ਜੀਵਨ ਵਿੱਚ ਤੁਹਾਨੂੰ ਸੁੱਖ ਮਿਲੇਗਾ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਿਟਾਵੋ। ਔਰ ਇੱਕ ਤੇ ਆਸ ਭਰੋਸਾ ਰੱਖ ਕੇ ਸਾਹਿਬ ਜੀ ਕਹਿੰਦੇ ਜਦੋਂ ਤੂੰ ਸਿਮਰੇਗਾ ਤਾਂ ਤੇਰੇ ਜੀਵਨ ਦੇ ਅੰਦਰ ਤੈਨੂੰ ਸੁੱਖ ਦੀ ਪ੍ਰਾਪਤੀ ਹੋ ਜਾਏ। ਠੀਕ ਹੈ, ਲੋਕ ਬੜੇ ਆ ਜਾਂਦੇ ਨੇ ਭਰਮ ਵਿੱਚ ਪਾਉਣ ਵਾਸਤੇ, ਪਰ ਤੁਸੀਂ ਇੱਕੋ ਹੀ ਜਿਹੜਾ ਹੈ ਉਹ ਆਪਣੇ ਅੰਦਰ ਭਾਵਨਾ ਬਣਾ ਕੇ ਰੱਖਣੀ ਕਿ ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਧਿਆਇਆ। ਮੈਂ ਸਭ ਕੁਝ ਛੱਡ ਕੇ ਇੱਕ ਬਸ ਪਰਵਤਗਾਰ ਨੂੰ ਹੀ ਧਿਆਉਣਾ, ਇੱਕ ਬਸ ਪਰਮੇਸ਼ਵਰ ਨੂੰ ਹੀ ਧਿਆਉਣਾ, ਕਿਉਂਕਿ ਜਿਹਨੂੰ ਧਿਆਉਣ ਨਾਲ ਮੇਰੇ ਜੀਵਨ ਚੋਂ ਜਮ ਦਾ ਡਰ ਨਿਕਲ ਜਾਣਾ। ਜਿਹਨੂੰ ਧਿਆਉਣ ਦੇ ਨਾਲ ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਭੀ ਛੱਡ ਜਾਏ। ਜਮ ਤਾਂ ਕੀ, ਜਮ ਦੇ ਜਿਹੜੇ ਦੂਤ ਨੇ, ਜਮ ਦੇ ਜਿਹੜੇ ਅੱਗੋਂ ਕੰਕਰ ਨੇ, ਉਹ ਵੀ ਨੇੜੇ ਨਹੀਂ ਆਉਂਦੇ। ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਸ਼ਰਨੀ ਪਾਇਆ। ਕਹਿਣ ਲੱਗੇ ਉਹਦੀ ਸ਼ਰਨ ਦੇ ਵਿੱਚ ਆਓ, ਜਿਹਦੀ ਸ਼ਰਨ ਵਿੱਚ ਆਇਆ ਤੁਹਾਨੂੰ ਸੁੱਖ ਮਿਲ ਜਾਏ। ਤੇ ਜਮ ਤਾਂ ਛੱਡੋ, ਜਮ ਦੇ ਦੂਤ ਵੀ ਤੁਹਾਡੇ ਨੇੜੇ ਨਾ ਆ ਸਕਣ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਰਥਾਏ ਅੰਮ੍ਰਿਤ ਬਾਣੀ ਵਿੱਚ ਆਪਾਂ ਬਚਨ ਪੜ੍ਹਦੇ ਹਾਂ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਗੁਰੂ ਸਾਹਿਬ ਜੀ ਦੀ ਉਸਤਤ ਵਿੱਚ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਵਡਿਆਈ ਕੀਤੀ ਤਾਂ ਆਖਿਆ ਗੁਰੂ ਸਾਹਿਬ ਜੀ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਤੁਸੀਂ ਤਾਂ ਜਨਮ ਤੋਂ ਹੀ ਗੁਰਮਤ ਨੂੰ ਤੇ ਬ੍ਰਹਮ ਨੂੰ ਪਛਾਣ ਲਿਆ। ਇੱਥੇ ਬੰਦੇ ਦੀ ਸਾਰੀ ਉਮਰ ਲੰਘ ਜਾਂਦੀ ਹੈ, ਮਾਫ ਕਰਨਾ, ਦੁਨੀਆ ਦੀ ਸਮਝ ਤਾਂ ਆ ਜਾਂਦੀ ਹੈ ਪਰ ਗੁਰਮਤ ਦੀ ਸਮਝ ਨਹੀਂ ਆਉਂਦੀ। ਮਨਮਤ ਤਾਂ ਬੜੀ ਛੇਤੀ ਸਮਝ ਆਉਂਦੀ ਹੈ ਤੇ ਮਨਮਤ ਦੇ ਰਾਹ ਤੁਰ ਵੀ ਪੈਂਦਾ ਹੈ, ਪਰ ਗੁਰਮਤ ਸਮਝ ਨਹੀਂ ਆਉਂਦੀ। ਇਸ ਬ੍ਰਹਿਮੰਡ ਦੀ ਸਮਝ ਤਾਂ ਆ ਗਈ, ਸੰਸਾਰ ਦੀ ਤਾਂ ਸਮਝ ਆ ਗਈ, ਪਰ ਉਸ ਬ੍ਰਹਮ ਦੀ ਸਮਝ ਨਹੀਂ ਆਈ ਜਿਨੇ ਇਸ ਬ੍ਰਹਿਮੰਡ ਨੂੰ ਸਿਰਜਿਆ। ਪਰ ਗੁਰੂ ਸਾਹਿਬ ਜੀ ਤੁਸੀਂ ਗੁਰਮਤ ਨੂੰ ਵੀ ਸਮਝ ਲਿਆ ਤੇ ਤੁਸੀਂ ਬ੍ਰਹਮ ਨੂੰ ਵੀ ਸਮਝ ਲਿਆ। ਤੇ ਜਿਨੇ ਗੁਰਮਤ ਨੂੰ ਤੇ ਬ੍ਰਹਮ ਨੂੰ ਸਮਝ ਲਿਆ, ਫਿਰ ਸੱਚ ਜਾਣਨਾ, ਉਹਦੇ ਵਿੱਚ ਤੇ ਪਰਮੇਸ਼ਵਰ ਵਿੱਚ ਕੋਈ ਫਰਕ ਨਹੀਂ ਰਹਿ ਜਾਏਗਾ। ਫਿਰ ਸਮਝ ਲੈਣਾ ਜਿਨ੍ਹਾਂ ਨੇ ਗੁਰਮਤ ਤੇ ਬ੍ਰਹਮ ਨੂੰ, ਅਸੀਂ ਗੁਰਬਾਣੀ ਵਿੱਚੋਂ ਕੀ ਸਮਝਣਾ ਹੈ, ਇਹ ਦੋ ਹੀ ਚੀਜ਼ਾਂ ਹੀ ਤੇ ਸਮਝਣੀਆਂ ਕਿ ਮਨਮਤ ਕਿਵੇਂ ਜਾਏਗੀ, ਗੁਰਮਤ ਕਿਵੇਂ ਆਏਗੀ। ਜਦੋਂ ਗੁਰਮਤ ਸਮਝ ਆ ਗਈ ਤੇ ਬ੍ਰਹਮ ਸਮਝ ਆ ਜਾਏ, ਤੇ ਜਦੋਂ ਬ੍ਰਹਮ ਸਮਝ ਆ ਗਿਆ ਤੇ ਫਿਰ ਉਸ ਬ੍ਰਹਮ ਵਿੱਚ ਤੇ ਸਾਡੇ ਵਿੱਚ ਕੋਈ ਫਰਕ ਹੀ ਨਹੀਂ ਰਹਿ ਜਾਏਗਾ। ਪਰ ਬ੍ਰਹਮ ਨੂੰ ਸਮਝਣਾ ਬੜਾ ਔਖਾ ਹੈ। ਇਸ ਲਈ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਗੱਲ ਕੀਤੀ ਤਾਂ ਕਹਿਣ ਲੱਗੇ ਮਹਾਰਾਜ ਜੀਓ, ਇੱਕ ਗੱਲ ਸਾਨੂੰ ਸਮਝ ਆ ਗਈ ਕਿ ਗੁਰ ਅਰਜਨ ਪ੍ਰਤੱਖ ਹਰ, ਤੁਸੀਂ ਪ੍ਰਤੱਖ ਹਰੀ ਦਾ ਰੂਪ ਹੋ, ਤੁਸੀਂ ਪ੍ਰਤੱਖ ਪਰਮੇਸ਼ਵਰ ਦਾ ਰੂਪ ਹੋ। ਕਿਉਂ? ਕਿਉਂਕਿ ਤਾਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਫਿਰ ਜਦੋਂ ਅਸੀਂ ਭੱਟਾਂ ਦੇ ਸਵਈਏ ਜਦੋਂ ਅਸੀਂ ਪੜ੍ਹਦੇ ਹਾਂ ਤੇ ਉਹਨਾਂ ਨੇ ਜ਼ਿਕਰ ਕੀਤਾ ਕਿ ਗੁਰ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ। ਗੁਰੂ ਰਾਮਦਾਸ ਪਾਤਸ਼ਾਹ ਜੀ ਤੁਹਾਡੇ ਘਰ ਦੇ ਵਿੱਚ ਜਿਹੜਾ ਅੱਜ ਆਇਆ ਉਹ ਭਗਤੀ ਦੀ ਮੂਰਤ ਹੈ। ਉਹ ਭਗਤੀ ਦੀ ਮੂਰਤ ਤੁਹਾਡੇ ਘਰ ਵਿੱਚ ਆਈ ਤੇ ਸੱਚ ਜਾਣਨਾ, ਤਤੀ ਤਵੀ ਤੇ ਵੀ ਭਗਤੀ ਦੀ ਮੂਰਤ ਹੀ ਬੈਠ ਸਕਦੀ ਹੈ। ਉਹ ਭਗਤੀ ਦੀ ਸ਼ਕਤੀ ਹੋਈ ਹੈ ਜਿਹੜੀ ਤਤੀ ਤਵੀ ਤੇ ਬੈਠੀ ਹੈ। ਆਮ ਇਨਸਾਨ ਤੇ ਹੱਥ ਵੀ ਨਹੀਂ ਲਾ ਸਕਦਾ ਤਤੀ ਤਵੀ ਨੂੰ। ਗੁਰ ਅਰਜਨ ਇੱਥੇ ਵਿਸ਼ਰਾਮ ਦੇਣਾ ਪਏਗਾ ਤਾਂ ਅਰਥ ਜਿਹੜੇ ਨੇ ਉਹ ਕਲੀਅਰ ਹੋਣਗੇ। ਘਰ ਗੁਰੂ ਰਾਮਦਾਸ, ਗੁਰੂ ਰਾਮਦਾਸ ਜੀ ਦੇ ਘਰ ਵਿੱਚ ਭਗਤ ਉਤਰ ਆਇਓ। ਭਗਤੀ ਦਾ ਰੂਪ ਧਾਰ ਕੇ ਪ੍ਰਤੱਖ ਹਰੀ ਦਾ ਰੂਪ ਗੁਰੂ ਅਰਜਨ ਦੇਵ ਮਹਾਰਾਜ ਜੀ ਆਏ ਨੇ। ਗੋਇੰਦਵਾਲ ਸਾਹਿਬ ਦੀ ਧਰਤੀ ਤੇ
ਬਚਪਨ ਦੇ ਵਿੱਚ ਹੀ ਬੜੀਆਂ ਬਖਸ਼ਿਸ਼ਾਂ ਗੁਰੂ ਅਮਰਦਾਸ ਮਹਾਰਾਜ ਜੀ ਕੋਲੋਂ ਮਿਲ ਗਈਆਂ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜੀ ਜਿਹੜੇ ਨੇ ਉਹ ਨਾਨਾ ਜੀ ਲੱਗਦੇ ਨੇ। ਇੱਕ ਰਿਸ਼ਤਾ ਨਾਨਾ ਜੀ ਦਾ ਔਰ ਦੂਸਰਾ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਨੇ। ਬਚਪਨ ਜਿਹੜਾ ਸੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਹਜ਼ੂਰੀ ਵਿੱਚ, ਉਹਨਾਂ ਦੀ ਗੋਦ ਵਿੱਚ ਕਹਿ ਲਓ ਬੀਤਿਆ, ਤਾਂ ਹੀ ਤੇ ਉਹਨਾਂ ਦੇ ਮੁਖ ਤੋਂ ਬਚਨ ਨਿਕਲਿਆ, ਕਹਿਣ ਲੱਗੇ ਦੋਤਾ ਬਾਣੀ ਕਾ ਬੋਹਿਤਾ। ਇਹ ਜਿਹੜਾ ਦੋਹਤਾ ਹੈ ਇਹ ਬਾਣੀ ਕਾ ਬੋਹਿਤਾ ਹੋਵੇਗਾ, ਇਹ ਬਾਣੀ ਦਾ ਜਹਾਜ਼ ਹੈ। ਇੱਕ ਦਿਨ ਗੁਰੂ ਅਮਰਦਾਸ ਮਹਾਰਾਜ ਜੀ, ਕਿਉਂਕਿ ਧਿਆਨ ਰੱਖਣਾ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ 3 ਸੁਪੁੱਤਰ ਨੇ ਔਰ ਸਭ ਤੋਂ ਛੋਟੇ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਹੁਣ ਜਿਹੜਾ ਬਾਣੀ ਕਾ ਬੋਹਿਤਾ ਗੁਰੂ ਅਮਰਦਾਸ ਜੀ ਨੇ ਕਿਹਾ, ਉਹ ਪ੍ਰਿਥੀ ਚੰਦ ਨੂੰ ਨਹੀਂ ਕਹਿ ਦਿੱਤਾ, ਉਹ ਮਹਾਦੇਵ ਨੂੰ ਨਹੀਂ ਕਹਿ ਦਿੱਤਾ, ਕਿਉਂਕਿ ਇਹ ਦੋਵੇਂ ਵੱਡੇ ਭਰਾ ਨੇ ਗੁਰੂ ਸਾਹਿਬ ਦੇ। ਪ੍ਰਿਥੀ ਚੰਦ ਨੂੰ ਵੀ ਨਹੀਂ ਕਿਹਾ, ਮਹਾਦੇਵ ਨੂੰ ਵੀ ਨਹੀਂ ਕਿਹਾ। ਜੇ ਇਹ ਬਚਨ ਕਹੇ, ਕਿਉਂਕਿ ਦੋਤੇ ਤਾਂ ਤਿੰਨੇ ਹੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ, ਪ੍ਰਿਥੀ ਚੰਦ ਵੀ ਦੋਤਾ ਲੱਗਦਾ ਹੈ, ਮਹਾਦੇਵ ਵੀ ਦੋਤਾ ਲੱਗਦਾ ਹੈ, ਪਰ ਜਿਹੜਾ ਬਚਨ ਗੁਰੂ ਅਰਜਨ ਦੇਵ ਜੀ ਲਈ ਕਿਹਾ ਉਹ ਗੁਰੂ ਸਾਹਿਬ ਲਈ ਸੀ ਕਿ ਦੋਤਾ ਬਾਣੀ ਕਾ ਬੋਹਿਤਾ। ਇੱਕ ਦਿਨ ਪਲੰਗ ਤੇ ਆਰਾਮ ਕਰਦੇ ਸੀ ਤੇ ਆਮ ਅੱਜ ਵਾਂਗੂ ਨਹੀਂ ਵੀ ਹਲਕਾ ਜਿਹਾ ਮੰਜਾ ਜਿਹੜਾ ਮਰਜ਼ੀ ਚੁੱਕ ਲਏ। ਪਹਿਲਾਂ ਭਾਰੇ ਭਾਰੇ ਮੰਜੇ ਹੁੰਦੇ ਸੀ, ਉਹਨਾਂ ਦੇ ਪਾਵੇ ਵੀ ਬੜੇ ਭਾਰੇ। ਤੁਸੀਂ ਬਜ਼ੁਰਗਾਂ ਨੇ ਤੁਹਾਡੇ ਟਾਈਮ ਜਿਹੜਾ ਵੇਖਿਆ ਵੀ ਪੁਰਾਣੇ ਵੱਡੇ ਵੱਡੇ ਭਾਰੇ ਭਾਰੇ ਮੰਜੇ, ਜਿਹਨੂੰ ਚੁੱਕਣਾ ਹਿਲਾਉਣਾ ਵੀ ਬੜਾ ਔਖਾ। ਬਚਪਨ ਦੇ ਵਿੱਚ ਰਿੜਦਿਆਂ ਉਸ ਪਲੰਗ ਤੱਕ ਜਦੋਂ ਪਹੁੰਚੇ ਤੇ ਉਸ ਪਲੰਗ ਦੇ ਪਾਵੇ ਨੂੰ ਪਕੜ ਕੇ ਮੰਜੇ ਦਾ ਸਹਾਰਾ ਲੈ ਕੇ ਜਦੋਂ ਖਲੋ ਗਏ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਇੱਕਦਮ ਪਾਸਾ ਵੱਟਦਿਆਂ ਆਖਿਆ ਸੀ, ਕਹਿੰਦੇ ਕਿਹੜਾ ਐਸਾ ਪੁਰਖ ਹੈ ਭਾਰੀ ਜਿਹਨੇ ਮੰਜੀ ਹਿਲਾਈ ਸਾਰੀ, ਜਿਹਨੇ ਸਾਡੀ ਮੰਜੀ ਹਿਲਾ ਕੇ ਰੱਖ ਦਿੱਤੀ, ਇਹ ਕਿਹੜਾ ਭਾਰੀ ਪੁਰਖ ਆ ਗਿਆ। ਉਹ ਸੁਭਾਵਕ ਹੀ ਜਿਹੜੇ ਸੀ ਬਚਨ ਗੁਰੂ ਸਾਹਿਬ ਦੀ ਰਸਨਾ ਤੋਂ ਨਿਕਲੇ ਤੇ ਬੀਬੀ ਭਾਨੀ ਜੀ ਆਏ, ਆ ਕੇ ਕਹਿਣ ਲੱਗੇ ਪਿਤਾ ਜੀ ਇਹ ਤੁਹਾਡਾ ਦੋਤਾ ਹੈ, ਪਰ ਸ਼ਬਦ ਸੀ ਕਿ ਇਹ ਭਾਰੀ ਪੁਰਖ ਹੋਵੇਗਾ। ਤੇ ਉਹ ਭਾਰੀ ਪੁਰਖ ਹੀ ਜਿਹੜਾ ਤਤੀ ਤਵੀ ਤੇ ਬਹਿ ਸਕਦਾ, ਆਮ ਪੁਰਖ ਨਹੀਂ। ਦੁਨੀਆ ਦੇ ਵਿੱਚ ਅਸੀਂ ਖਿਤਾਬ ਮਹਾਂਪੁਰਖਾਂ ਦੇ ਬੜੇ ਦਿੱਤੇ, ਬੜਿਆਂ ਨੂੰ ਦਿੱਤੇ ਨੇ, ਪਰ ਸੱਚ ਜਾਣਨਾ ਭਾਰੀ ਪੁਰਖ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਰਾਬਰੀ ਕੌਣ ਕਰੇਗਾ। ਅਸੀਂ ਤੇ ਇੰਨਾ ਉਹਨਾਂ ਨੂੰ ਮਾਣ ਸਨਮਾਨ ਜਿਹੜੇ ਦੁਨਿਆਵੀ ਮਹਾਂਪੁਰਖ ਦਿੱਤੇ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਉਹਨਾਂ ਨੂੰ ਲਿਆ ਕੇ ਬਿਠਾ ਦਿੱਤਾ। ਪਰ ਗੁਰੂ ਅਰਜਨ ਦੇਵ ਜੀ ਨੂੰ ਪੁੱਛੋ, ਜਿਹੜੇ ਭਾਰੀ ਪੁਰਖ ਨੇ, ਜਦੋਂ ਹਰਮੰਦਰ ਸਾਹਿਬ ਦਰਬਾਰ ਸਾਹਿਬ ਅੰਮ੍ਰਿਤਮਈ ਬਾਣੀ ਦਾ ਪ੍ਰਕਾਸ਼ ਹੁੰਦਾ ਹੈ, ਪਹਿਲੀ ਵਾਰ ਜਦੋਂ ਬਾਣੀ ਦਾ ਪ੍ਰਕਾਸ਼ ਹੋਇਆ ਤੇ ਗੁਰੂ ਸਾਹਿਬ ਨੇ ਕੋਈ ਵੱਖਰਾ ਆਸਣ ਨਹੀਂ ਸੀ ਲਾਇਆ ਕਿ ਅਸੀਂ ਗੁਰੂ ਸਾਹਿਬ ਤੋਂ ਵੱਡੇ ਹੋ ਗਏ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਦੋਂ ਸ਼ਾਮ ਦੇ ਵਕਤ ਪਾਵਨ ਗ੍ਰੰਥ ਸਾਹਿਬ ਬੀੜ ਸਾਹਿਬ ਨੂੰ ਰਾਤ ਦੇ ਸਮੇਂ ਸੰਭਾਲ ਕਰਨੀ ਸੀ ਤੇ ਬਾਬਾ ਬੁੱਢਾ ਜੀ ਨੇ ਪੁੱਛਿਆ ਸੀ ਕਿ ਸਤਿਗੁਰੂ ਜੀ ਇਹ ਪਾਵਨ ਬੀੜ ਸਾਹਿਬ ਕਿੱਥੇ ਸ਼ਸ਼ੋਭਤ ਸ਼ਾਮ ਨੂੰ ਕਰਨੇ ਆ। ਤੇ ਉਸ ਵੇਲੇ ਕਿਹਾ ਸੀ ਕੋਠਾ ਸਾਹਿਬ, ਜਿੱਥੇ ਆਪਾਂ ਅੱਜ ਅਕਾਲ ਤਖਤ ਸਾਹਿਬ ਵੇਖਦੇ ਹਾਂ। ਸਤਿਗੁਰੂ ਜੀ ਕਹਿੰਦੇ ਜਿੱਥੇ ਅਸੀਂ ਆਰਾਮ ਕਰਦੇ ਆਏ ਆ ਉੱਥੇ ਆਰਾਮ ਜਿਹੜਾ ਇਹਨਾਂ ਨੂੰ ਕਰਵਾਇਆ ਜਾਏ ਰਾਤਰੀ ਦੇ ਸਮੇਂ। ਤੇ ਬਾਬਾ ਬੁੱਢਾ ਜੀ ਨੇ ਕਿਹਾ ਸੀ ਮਹਾਰਾਜ ਫਿਰ ਤੁਹਾਡੇ ਲਈ ਕੋਈ ਬਰਾਬਰ ਮੰਜਾ ਹੋਰ ਲਾ ਦਈਏ, ਵਿਛਾਈ ਉੱਥੇ ਕਰਵਾ ਦਈਏ। ਤੇ ਸਾਹਿਬ ਕਹਿੰਦੇ ਨਹੀਂ, ਇਹ ਸ਼ਬਦ ਗੁਰੂ ਹੈ, ਜਿਹਨੂੰ ਗੁਰੂ ਰਾਮਦਾਸ ਜੀ ਨੇ ਕਿਹਾ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰੂ ਰਾਮਦਾਸ ਜੀ ਨੇ ਕਿਹਾ ਇਹ ਬਾਣੀ ਗੁਰੂ, ਗੁਰੂ ਹੈ ਬਾਣੀ, ਤੇ ਅਸੀਂ ਇਹਦੀ ਬਰਾਬਰੀ ਨਹੀਂ ਕਰਨੀ। ਉਸ ਪਲੰਗ ਦੇ ਹੇਠਾਂ, ਮੰਜੇ ਦੇ ਹੇਠਾਂ ਸਾਡੀ ਚਾਦਰ ਜਿਹੜੀ ਆ ਉਹ ਵਿਛਾ ਦਿਓ, ਅਸੀਂ ਕੁਝ ਪਲ ਉੱਥੇ ਆਰਾਮ ਕਰ ਲਾਂਗੇ, ਪਰ ਬਰਾਬਰ ਨਹੀਂ ਕਿ ਅਸੀਂ ਅੱਜ ਗੁਰੂ ਸਾਹਿਬ ਤੋਂ ਵੀ ਵੱਡੇ ਹੋ ਗਏ। ਭਾਰੀ ਪੁਰਖ ਔਰ ਮਹਾਂਪੁਰਖ ਜਿਹੜਾ ਅਸੀਂ ਬਣਾ ਦਿੱਤਾ ਸੰਸਾਰ ਵਿੱਚ। ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰੂ ਜੀ ਗੋਇੰਦਵਾਲ ਸਾਹਿਬ ਜਿਹੜੇ ਉਹ ਰਹਿੰਦੇ ਨੇ,
ਗੁਰੂ ਰਾਮਦਾਸ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ, ਗੁਰੂ ਅਮਰਦਾਸ ਮਹਾਰਾਜ ਦੀਆਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ। ਗੁਰੂ ਰਾਮਦਾਸ ਮਹਾਰਾਜ ਜੀ ਅੰਮ੍ਰਿਤਸਰ ਸਾਹਿਬ ਸੰਤੋਖ ਸਰ ਦੀ ਰਚਨਾ ਕਰਦੇ ਨੇ। ਇੱਥੇ ਫਿਰ ਸਿੱਖੀ ਦਾ ਪ੍ਰਚਾਰ ਜਿਹੜਾ ਉਹ ਸ਼ੁਰੂ ਹੁੰਦਾ ਹੈ। ਗੁਰੂ ਰਾਮਦਾਸ ਪਾਤਸ਼ਾਹ ਜੀ ਇੱਕ ਦਿਨ ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੀਆਂ ਬਖਸ਼ਿਸ਼ਾਂ ਦਿੰਦੇ ਨੇ। ਇਸ ਤੋਂ ਪਹਿਲਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਲਾਹੌਰ ਜਿਹੜਾ ਉਹ ਗਏ ਭਾਈ ਸਹਾਰੀ ਮਲ ਦੇ ਪੁੱਤਰ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ। ਧਿਆਨ ਰੱਖਿਓ, ਗੁਰੂ ਸਾਹਿਬ ਜੀ ਬਾਅਦ ਵਿੱਚ ਵੀ ਜਿਹੜਾ ਉਹ ਲਾਹੌਰ ਗਏ। ਪਹਿਲਾਂ ਵੀ ਲਾਹੌਰ ਕਾਫੀ ਸਮਾਂ ਗੁਰੂ ਸਾਹਿਬ ਲਾ ਕੇ ਆਏ। ਜਦੋਂ ਉਹਨਾਂ ਨੇ ਬੇਨਤੀ ਰੂਪ ਵਿੱਚ ਕਿਹਾ ਸੀ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬਿਲਪ ਕਰੈ ਚਾਤਰ ਕੀ ਨਿਆਈ, ਇੰਨੇ ਉਸ ਵੇਲੇ ਅਵਸਥਾ ਭਾਵਨਾ ਨਾਲ ਅੰਦਰ ਪਿਆਰ ਨਾਲ ਪ੍ਰੇਮ ਨਾਲ ਭਿੱਜ ਗਈ ਸੀ ਕਿ ਇੱਕ ਬੇਨਤੀ ਕੀਤੀ, ਮਹਾਰਾਜ ਜੀ ਹੁਣ ਕਿਰਪਾ ਕਰ ਦਿਓ, ਮੈਨੂੰ ਲਾਹੌਰ ਤੋਂ ਅੰਮ੍ਰਿਤਸਰ ਸਾਹਿਬ ਸੱਦ ਲਓ ਆਪਣੇ ਚਰਨਾਂ ਵਿੱਚ, ਕਿਉਂਕਿ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲਿਆ ਪ੍ਰਿਯ ਤੁਧ ਭਗਵੰਤਾ। ਉੱਥੋਂ ਚੱਲ ਕੇ ਫਿਰ ਬਾਬਾ ਬੁੱਢਾ ਸਾਹਿਬ ਜੀ ਜਿਹੜੇ ਲੈ ਕੇ ਆਉਂਦੇ ਨੇ ਲਾਹੌਰ ਤੋਂ, ਇੱਥੇ ਆ ਕੇ ਫਿਰ ਗੁਰੂ ਰਾਮਦਾਸ ਜੀ ਗੁਰਤਾ ਗੱਦੀ ਦੀ ਬਖਸ਼ਿਸ਼ ਦਿੰਦੇ ਆ। ਇਸ ਤੋਂ ਬਾਅਦ ਫਿਰ ਇੱਕ ਵਾਰ ਗੁਰੂ ਸਾਹਿਬ ਜੀ ਲਾਹੌਰ ਗਏ। ਕਦੋਂ ਗਏ? ਜਦੋਂ ਲਾਹੌਰ ਦੇ ਵਿੱਚ ਭੁੱਖ ਮਰੀ ਫੈਲ ਗਈ, ਬਿਮਾਰੀ, ਜਿਵੇਂ ਅੱਜ ਦਾ ਮਾਹੌਲ ਬਣਿਆ ਨਾ, ਇੱਕ ਬਿਮਾਰੀ ਨੇ ਐਸਾ ਮਾਹੌਲ ਬਣਾ ਦਿੱਤਾ ਕਿ ਕਾਰੋਬਾਰ ਠੱਪ ਹੋ ਗਏ। ਸਾਰੇ ਜਿੰਨੇ ਵੀ ਦਿਹਾੜੀਦਾਰ ਨੇ ਉਹਨਾਂ ਦੀਆਂ ਦਿਹਾੜੀਆਂ ਜਿਹੜੀਆਂ ਰੁਕ ਗਈਆਂ। ਹਰ ਕੋਈ ਜਿਹੜਾ ਉਹ ਭੁੱਖ ਤੋਂ ਕਰਲਾਉਣ ਲੱਗ ਪਿਆ। ਅੱਜ ਵੀ ਇੱਕ ਮਹਾਮਾਰੀ ਜਿਹੜੀ ਆ ਉਹ ਫੈਲੀ ਹੈ ਬਿਮਾਰੀ ਦੇ ਰੂਪ ਵਿੱਚ, ਜਿੱਥੇ ਅਸੀਂ ਵੇਖ ਰਹੇ ਹਾਂ ਕਿ ਜਿਹੜੇ ਰੋਜ਼ ਦੇ ਦਿਹਾੜੀਦਾਰ ਨੇ ਉਹਨਾਂ ਨੂੰ ਦਾਣਾ ਖਾਣ ਦਾ ਵੀ ਨਸੀਬ ਜਿਹੜਾ ਨਹੀਂ ਹੁੰਦਾ। ਫਿਰ ਯਤਨ ਕੀਤਾ ਗਿਆ ਕਿ ਗੁਰੂ ਘਰ ਦੇ ਜਿਹੜਾ ਲੰਗਰ ਹੈ ਇਹਨੂੰ ਤਿਆਰ ਕਰਕੇ ਉਹਨਾਂ ਲੋੜਵੰਦਾਂ ਤੱਕ ਪਹੁੰਚਾਇਆ ਜਾਏ। ਲਾਹੌਰ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਗਏ ਤਾਂ ਉੱਥੇ ਸਾਰਿਆਂ ਦੇ ਹੱਥ ਜਿਹੜੇ ਸੀ ਖੜੇ ਹੋ ਗਏ ਵੀ ਅਸੀਂ ਕੁਝ ਨਹੀਂ ਕਰ ਪਾ ਰਹੇ, ਨਾ ਇਹ ਭੁੱਖ ਮਰੀ ਨੂੰ ਖਤਮ ਕਰ ਪਾ ਰਹੇ ਹਾਂ, ਨਾ ਇਸ ਬਿਮਾਰੀ ਨੂੰ ਖਤਮ। ਕਾਲ ਪੈ ਗਿਆ ਲਾਹੌਰ ਵਿੱਚ, ਔਰ ਉੱਥੇ ਕਿਸੇ ਦੇ ਵਿੱਚ ਵੀ ਇੰਨਾ ਦਮ ਨਹੀਂ ਸੀ ਕਿ ਉੱਥੇ ਇਹਨੂੰ ਕਾਬੂ ਕਰ ਸਕੇ। ਗੁਰੂ ਅਰਜਨ ਦੇਵ ਮਹਾਰਾਜ ਪਹੁੰਚੇ ਲਾਹੌਰ। ਉੱਥੇ ਪਹੁੰਚ ਕੇ ਫਿਰ ਸਤਿਗੁਰੂ ਜੀ ਨੇ ਲੰਗਰ ਦੇ ਪ੍ਰਵਾਹ ਜਿਹੜੇ ਸੀ ਉਹ ਚਲਾਏ ਤੇ ਸਿੱਖ ਸੰਗਤਾਂ ਲਈ ਹੁਕਮ ਜਾਰੀ ਕੀਤਾ ਕਿ ਆਪਣੀ ਆਪਣੀ ਦਸਵੰਧ ਦੀ ਕਮਾਈ ਜਿਹੜੀ ਹੈ ਉਹ ਤਿਲ ਫੁੱਲ ਭੇਟ ਜਿਹੜੀ ਆ ਉਹ ਲਾਹੌਰ ਦੇ ਵਿੱਚ ਭੇਜੋ, ਤਾਂ ਕਿ ਤੁਹਾਡੀ ਇਸ ਤਿਲ ਫੁੱਲ ਭੇਟ, ਤੁਹਾਡੇ ਇਸ ਦਸਵੰਧ ਦੇ ਨਾਲ ਇੱਥੇ ਦੀ ਭੁੱਖ ਨੂੰ ਮਿਟਾਇਆ ਜਾ ਸਕੇ। ਇੱਥੇ ਜਿਹੜੀਆਂ ਉੱਥੇ ਬੜੀਆਂ ਲਾਸ਼ਾਂ ਦੇ ਢੇਰ ਲੱਗਦੇ ਰਹੇ। ਅੱਜ ਅਸੀਂ ਇਹਨੂੰ ਮਹਿਸੂਸ ਕਰ ਸਕਦੇ ਹਾਂ ਕਿਉਂਕਿ ਅੱਜ ਸਾਡੇ ਸਾਹਮਣੇ ਰੋਜ਼ ਮੀਡੀਆ ਰਾਹੀਂ ਦ੍ਰਿਸ਼ ਆਉਂਦਾ ਹੈ ਕਿ ਕਿੰਨੀਆਂ ਮੌਤਾਂ ਹੋ ਗਈਆਂ, ਕਿੰਨੇ ਇਸ ਬਿਮਾਰੀ 'ਚ ਘਿਰ ਗਏ, ਕਿੰਨੀ ਭੁੱਖ ਮਰੀ ਜਿਹੜੀ ਆ ਉਹ ਫੈਲ ਰਹੀ ਹੈ। ਇਹ ਗੁਰੂ ਅਰਜਨ ਦੇਵ ਮਹਾਰਾਜ ਵੇਲੇ ਵੀ ਲਾਹੌਰ 'ਚ ਹੋਇਆ ਸੀ। ਸਤਿਗੁਰੂ ਜੀ ਨੇ ਉੱਥੇ ਲੰਗਰ ਦੇ ਪ੍ਰਵਾਹ ਜਿਹੜੇ ਨੇ ਚਲਾ ਕੇ ਆਖਿਆ, ਇਹ ਗੁਰੂ ਨਾਨਕ ਸਾਹਿਬ ਦਾ, ਬਾਬੇ ਨਾਨਕ ਦੇ ਘਰ ਦਾ ਲੰਗਰ ਹੈ। ਇੱਥੇ ਤਾਂ ਸਾਰੀ ਦੁਨੀਆ ਵੀ ਜਿਹੜਾ ਛਕ ਲਏ ਤੇ ਤਾਂ ਵੀ ਬਾਬੇ ਨਾਨਕ ਦੇ ਘਰ ਦਾ ਲੰਗਰ ਨਹੀਂ ਕਦੇ ਮਸਤਾਨਾ ਹੁੰਦਾ। ਅੱਜ ਵੀ ਗੁਰੂ ਘਰ ਦੇ ਵਿੱਚੋਂ ਲੰਗਰ ਦੇ ਪ੍ਰਵਾਹ ਜਿਹੜੇ ਨੇ ਤਿਆਰ ਕਰਕੇ ਲੰਗਰ ਪ੍ਰਸ਼ਾਦ ਤੇ ਲੋੜਵੰਦਾਂ ਤੱਕ ਜਿਹੜਾ ਪਹੁੰਚਾਇਆ ਜਾ ਰਿਹਾ ਹੈ। ਪਰ ਇੱਥੇ ਇੱਕ ਬੇਨਤੀ ਜਿਹੜੀ ਹੈ ਉਹ ਜ਼ਰੂਰ ਕਰਨੀ ਚਾਹਾਂ ਕਿ ਲੰਗਰ ਗੁਰੂ ਨਾਨਕ ਸਾਹਿਬ ਦੇ ਘਰ ਦਾ ਹੈ ਤੇ ਅਸੀਂ ਇਹਨੂੰ ਗੁਰੂ ਘਰ ਦਾ ਹੀ ਸਮਝ ਕੇ ਜਿਹੜਾ ਉਹ ਵਰਤਾਉਣ ਦਾ ਯਤਨ ਕਰੀਏ। ਇਹ ਸਮਾਂ ਦੁੱਖ ਦੀ ਘੜੀ ਦਾ ਸਮਾਂ, ਮਹਾਮਾਰੀ ਦਾ ਸਮਾਂ, ਭੁੱਖਮਰੀ ਦਾ ਸਮਾਂ, ਇਹਦੇ ਵਿੱਚ ਅਸੀਂ ਆਪਣੀ ਰਾਜਨੀਤੀ ਨਾ ਕਰੀਏ। ਇਹਦੇ ਵਿੱਚ ਅਸੀਂ ਆਪਣਾ ਨਾਮ ਚਮਕਾਉਣ ਵਾਲੇ ਪਾਸੇ ਨਾ ਚਲੀਏ, ਕਿਉਂਕਿ ਸਾਨੂੰ ਜਿੱਥੇ ਅਸੀਂ ਆਪਣੇ ਨਾਮ ਨੂੰ ਚਮਕਾਉਣ ਲਈ ਚੱਲ ਪਏ ਨਾ, ਫਿਰ ਸਾਨੂੰ ਕਿਸੇ ਦਾ ਦੁੱਖ ਮਹਿਸੂਸ ਨਹੀਂ ਹੋਏਗਾ, ਫਿਰ ਸਾਨੂੰ ਕਿਸੇ ਦੀ ਭੁੱਖ ਜਿਹੜੀ ਹੈ ਉਹ ਮਹਿਸੂਸ ਨਹੀਂ ਹੋਏਗੀ। ਸਾਡੇ ਦਿਮਾਗ 'ਚ ਤਾਂ ਇਹ ਫਿਰ ਉੱਥੇ ਸੇਵਾ ਨਹੀਂ ਰਹਿ ਜਾਂਦੀ। ਉੱਥੇ ਤਾਂ ਦਿਮਾਗ ਵਿੱਚ ਇਹ ਹੁੰਦਾ ਵੀ ਮੈਂ ਇਹਨੂੰ ਦੋ ਪ੍ਰਸ਼ਾਦੇ ਦੇ ਕੇ ਤੇ ਆਪਣੇ ਨਾਮ ਨੂੰ ਮੈਂ ਚਮਕਾਉਣਾ। ਲੰਗਰ ਤਾਂ ਗੁਰੂ ਨਾਨਕ ਸਾਹਿਬ ਦੇ ਘਰ ਦਾ ਹੈ ਤੇ ਅਸੀਂ ਮੋਹਰ ਆਪਣੇ ਆਪਣੇ ਨਾਮ ਦੀ ਲਾਈ ਜਾਂਦੇ ਹਾਂ।
ਨਾਮ ਇਸ ਟਾਈਮ ਆ ਸਮਾਂ ਆਪਣੇ ਆਪਣੇ ਨਾਮ ਨੂੰ ਚਮਕਾਉਣ ਦਾ ਨਹੀਂ ਹੈ। ਤੁਸੀਂ ਇੱਥੇ ਤਾਂ ਮਹਾਰਾਜ ਕਹਿੰਦੇ ਆਪਣਾ ਆਪਾ ਮਿਟਾ ਕੇ, ਆਪਣਾ ਆਪਾ ਗਵਾ ਕੇ ਤੂੰ ਸੇਵਾ ਕਰਕੇ ਵੇਖ, ਨਾਮ ਤੇਰਾ ਵੈਸੇ ਹੀ ਚਮਕ ਜਾਣਾ। ਜਦੋਂ ਤੂੰ ਆਪਣਾ ਆਪਾ ਮਿਟਾ ਕੇ, ਆਪਣਾ ਆਪਾ ਗਵਾ ਕੇ ਸੇਵਾ ਕਰੇਗਾ ਨਾ, ਤੇ ਫਿਰ ਮਾਲਕ ਨੇ ਤੇਰੀ ਸੇਵਾ ਨੂੰ ਥਾਂ ਪਾ ਕੇ ਤੈਨੂੰ ਤੇਰਾ ਨਾਮ ਵੈਸੇ ਹੀ ਇੰਨਾ ਚਮਕਾ ਦੇਣਾ। ਪਰ ਤੂੰ ਜੇ ਉਹਦੇ ਸੇਵਾ ਦੇ ਨਾਮ ਤੇ ਆਪਣੇ ਨਾਮ ਨੂੰ ਚਮਕਾਉਣ ਲਈ ਇਹ ਕੁਝ ਕਰਦਾ ਹੈ, ਤੇ ਫਿਰ ਕਹਿਣ ਲੱਗੇ ਧਿਆਨ ਰੱਖੀ, ਇੱਕ ਦਿਨ ਜਿਹੜਾ ਥੋੜਾ ਬਹੁਤ ਹੈ ਉਹ ਵੀ ਜਾਂਦਾ ਰਹੇਗਾ। ਇਹ ਹਕੀਕਤ ਹੈ। ਸਾਹਿਬ ਜੀ ਨੇ ਅੱਜ ਬਚਨ ਬਖਸ਼ਿਆ, ਤੁਸੀਂ ਹੁਕਮ ਪੜਿਆ ਸੁਣਿਆ, ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੈ ਆਏ। ਜੰਮਣ ਮਰਨਾ ਮਿਟ ਗਿਆ ਕਾਲੇ ਕਾ, ਕਿਛ ਨਾ ਬਸਾਏ। ਪਰ ਸੇਵਕ ਬਣ ਕੇ ਸੇਵਾ ਕਰਨੀ ਪਏਗੀ। ਜੇ ਨਾਮ ਆਪਣਾ ਚਮਕਾ ਰਹੇ ਹਾਂ ਫਿਰ ਸੇਵਕ ਨਹੀਂ ਅਸੀਂ, ਫਿਰ ਅਸੀਂ ਨਹੀਂ। ਆ ਜਿਸ ਅਸਥਾਨ ਤੇ ਤੁਸੀਂ ਬੈਠੇ ਹੋ, ਮੀਡੀਆ ਰਾਹੀਂ ਸੁਣ ਰਹੇ ਹੋ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਇਹ ਤੁਹਾਡਾ ਜਿੰਨਾ ਵੀ ਤੁਸੀਂ ਦਸਵੰਧ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਭੇਟ ਕਰਦੇ ਹੋ, ਔਰ ਜੋ ਗੁਰੂ ਨਾਨਕ ਸਾਹਿਬ ਦੇ ਘਰ ਦਾ ਖਜ਼ਾਨਾ ਤਕਰੀਬਨ 18,000 ਤੋਂ ਲੈ ਕੇ 20,000 ਤੱਕ ਦੇ ਕਰੀਬ ਲੰਗਰ ਜਿਹੜਾ ਲੋੜਵੰਦ ਆ ਕੇ ਛਕ ਵੀ ਰਹੇ ਨੇ ਤੇ ਪਹੁੰਚਾਇਆ ਵੀ ਜਾ ਰਿਹਾ ਹੈ। ਉਹ ਰੋਜ਼ਾਨਾ ਉਹ ਕੌਣ ਹੈ, ਕਰ ਕੌਣ ਰਿਹਾ, ਕਰਾ ਕੌਣ ਰਿਹਾ? ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਤੇਗ ਬਹਾਦਰ ਸਾਹਿਬ ਦੀ ਬਖਸ਼ਿਸ਼ਾਂ ਵਰਤਦੀਆਂ। ਇੱਥੇ ਤੇ 4 ਬੰਦੇ ਨੂੰ 4 ਦਿਨ ਖਵਾਉਣਾ ਬੜਾ ਔਖਾ ਹੁੰਦਾ ਹੈ। 18,000 ਨਿਤ ਜਿਹੜਾ ਉਹ ਇੱਥੇ ਛਕ ਵੀ ਰਹੇ ਨੇ, ਔਰ ਜਿੱਥੇ ਤੱਕ ਕੋਈ ਲੋੜਵੰਦ ਹੈ ਉੱਥੇ ਤੱਕ ਪਹੁੰਚਾਇਆ ਵੀ ਜਾ ਰਿਹਾ ਕਿਸੇ ਨਾ ਕਿਸੇ ਦੇ ਰਾਹੀਂ। ਜੇ ਕੋਈ ਆਖਦਾ ਵੀ ਇੱਥੇ ਅਸੀਂ 100 ਪ੍ਰਾਣੀ ਜਿਹੜੇ ਬੈਠੇ ਆ, ਸਾਨੂੰ ਮਿਲ ਕੁਝ ਨਹੀਂ ਰਿਹਾ, ਤੇ ਉਹ ਉੱਥੇ ਤੱਕ ਉਹਦੇ ਪਹੁੰਚਾਉਣ ਦਾ ਪ੍ਰਬੰਧ, ਕੋਈ ਕਹਿੰਦਾ ਅਸੀਂ 500 ਹਾਂ, ਕੋਈ ਕਹਿੰਦਾ ਅਸੀਂ 1000 ਹਾਂ। ਪਰ ਜਿਹੜੇ ਲਿਜਾਣ ਵਾਲੇ ਆ, ਮਾਫ ਕਰਨਾ, ਉੱਥੇ ਅਸੀਂ ਨਾਮ ਗੁਰੂ ਦਾ ਹੀ ਅੱਗੇ ਰੱਖੀਏ ਵੀ ਇਹ ਗੁਰੂ ਕਾ ਲੰਗਰ ਹੈ, ਇਹ ਸਾਡਾ ਤੁਹਾਡਾ ਕਿਸੇ ਦਾ ਨਹੀਂ, ਇਹ ਗੁਰੂ ਕਾ ਲੰਗਰ ਹੈ। ਇਹ ਗੁਰੂ ਕਾ ਲੰਗਰ ਕਿਹਨਾਂ ਵਾਸਤੇ ਹੈ? ਲੋੜਵੰਦਾਂ ਵਾਸਤੇ। ਔਰ ਦੁੱਖ ਦੀ ਗੱਲ ਇਹ ਹੈ ਕਿ ਕਈਆਂ ਨੇ ਆਪਣੇ ਅੰਦਰ ਲੋਭ ਲਾਲਚ ਇੰਨਾ ਭਰ ਲਿਆ ਵੀ ਉਹਨਾਂ ਨੂੰ ਲੱਗਦਾ ਵੀ ਇਹ ਦੁੱਖ ਤੇ ਆ ਭੁੱਖ ਦੀ ਮਾਰ ਜਿਹੜੀ ਪੈ ਰਹੀ ਹੈ ਮੁੱਕਣੀ ਨਹੀਂ, ਆਪਣੇ ਆਪਣੇ ਘਰ ਭਰ ਲਓ। ਕਈ ਇਸ ਪਾਸੇ ਵੀ ਤੁਰ ਪਏ, ਉਹ ਗਲਤ ਹੈ। ਅਸੀਂ ਤਾਂ ਸਗੋਂ ਅਰਦਾਸ ਕਰਨੀ ਹੈ ਕਿ ਮਾਲਕ ਜੀ ਇਹ ਦੁੱਖ ਤੇ ਭੁੱਖ ਦੀ ਜਿਹੜੀ ਮਾਰ ਪੈ ਰਹੀ ਹੈ ਇਹ ਮੁੱਕ ਜਾਏ, ਜਿੰਨਾ ਜਲਦੀ ਹੋ ਸਕੇ ਮੁੱਕ ਜਾਏ। ਇੱਕ ਰੋਗ ਨੂੰ ਕਿਤੇ ਮਿਟਾਉਂਦੇ ਮਿਟਾਉਂਦੇ ਅਸੀਂ ਕਈ ਹੋਰ ਨਾ ਰੋਗ ਲਾ ਕੇ ਬਹਿ ਜਾਈਏ। ਇੱਕ ਭੁੱਖ ਨੂੰ ਮਿਟਾਉਂਦੇ ਮਿਟਾਉਂਦੇ ਕਈ ਹੋਰ ਭੁੱਖਾਂ ਅੰਦਰ ਰੋਗ ਬਿਮਾਰੀਆਂ ਨਾ ਲਾ ਕੇ ਬਹਿ ਜਾਈਏ। ਇਸ ਲਈ ਇਸ ਦੁੱਖ ਤੇ ਭੁੱਖ ਦੀ ਮਾਰ ਤੋਂ ਬਚਾਓ। ਲੋਕ ਤਰਲੇ ਲੈ ਰਹੇ ਨੇ, ਅਰਦਾਸ ਕਰ ਰਹੇ ਨੇ, ਤੇ ਕਈ ਆਪਣੇ ਘਰ ਭਰ ਰਹੇ ਨੇ, ਕਈ ਆਪਣੇ ਨਾਮ ਚਮਕਾ ਰਹੇ ਨੇ। ਇਨਸਾਨੀਅਤ ਕਿੱਥੇ ਖੜੀ ਹੈ? ਅੱਜ ਦੀ ਇਨਸਾਨੀਅਤ ਕਿੱਥੇ ਖੜੀ ਹੈ ਕਿ ਜਦੋਂ ਦੁੱਖ ਤੇ ਭੁੱਖ ਵਿੱਚ ਅਸੀਂ ਇਹਨਾਂ ਦੀ ਸਹਾਇਤਾ ਕਰਨੀ ਸੀ, ਉੱਥੇ ਅਸੀਂ ਆਪਣੇ ਨਾਮ ਨੂੰ ਅੱਗੇ ਚਮਕਾਉਣ ਤੇ ਲੱਗੇ ਹਾਂ। ਵਾਹਿਗੁਰੂ ਮਿਹਰ ਕਰਨ। ਜਿਨ੍ਹਾਂ ਦਾ ਪੁਰਬ ਅੱਜ ਮਨਾ ਰਹੇ ਹੋ, ਉਹ ਜਦੋਂ ਲਾਹੌਰ ਗਏ ਨਾ ਤੇ ਲਾਹੌਰ ਕਾਲ ਪੈ ਚੁੱਕਾ ਸੀ, ਭੁੱਖ ਮਰੀ ਫੈਲ ਚੁੱਕੀ, ਤਾਂ ਗੁਰੂ ਅਰਜਨ ਦੇਵ ਜੀ ਨੇ ਫਿਰ ਲੰਗਰ ਦੇ ਪ੍ਰਵਾਹ ਚਲਾਏ। ਉੱਥੇ ਸਤਿਗੁਰੂ ਨੇ ਦਵਾਖਾਨਾ ਖੋਲਿਆ, ਉਹਨਾਂ ਰੋਗੀਆਂ ਦੀ ਗੁਰੂ ਸਾਹਿਬ ਨੇ ਦਵਾਈ ਦੇ ਰਾਹੀਂ ਸਹਾਇਤਾ ਕੀਤੀ, ਲੰਗਰ ਦੇ ਰਾਹੀਂ ਉਹਨਾਂ ਦੀ ਲੋੜ ਜਿਹੜੀ ਸੀ ਉਹ ਪੂਰੀ ਕੀਤੀ। ਪਰਮੇਸ਼ਵਰ ਦੇ ਨਾਮ ਨਾਲ ਜੋੜ ਕੇ ਉਹ ਜਿਹੜਾ ਕਾਲ ਪੈ ਚੱਲਿਆ ਸੀ ਨਾ, ਗੁਰੂ ਸਾਹਿਬ ਨੇ ਉੱਥੇ ਜਾ ਕੇ ਫਿਰ ਕਿਰਪਾ ਵਰਤਾਈ, ਉੱਥੇ ਰਹਿਮਤ ਵਰਤਾਈ ਗੁਰੂ ਸਾਹਿਬ ਨੇ। ਉੱਥੇ ਫਿਰ ਗੁਰੂ ਅਰਜਨ ਦੇਵ ਮਹਾਰਾਜ ਦੇ ਤਾਇਆ ਜੀ ਜਿਹੜੇ ਸਹਾਰੀ ਮੱਲ ਸੀ ਨਾ, ਇਹਨਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਅੱਗੇ ਬੇਨਤੀ ਕੀਤੀ। ਪਹਿਲਾਂ ਗੁਰੂ ਸਾਹਿਬ ਨੇ ਆਖਿਆ ਆਪਣੇ ਤਾਇਆ ਜੀ, ਇੱਕ ਧਿਆਨ ਰੱਖਿਓ ਥੋੜਾ ਜਿਹਾ, ਅਸੀਂ ਗੁਰੂ ਘਰ ਦੀ ਸੇਵਾ ਭਾਵੇਂ ਉਹ ਲੰਗਰ ਰੂਪ ਵਿੱਚ ਹੋਵੇ ਤੇ ਭਾਵੇਂ ਉਹ ਦਵਾ ਦਾਰੂ ਦੇ ਰੂਪ ਵਿੱਚ ਹੋਵੇ, ਅਸੀਂ ਆਪਣੇ ਨਾਮ ਨੂੰ ਅੱਗੇ ਰੱਖ ਕੇ ਇਹ ਬੇੜੀਆਂ ਨਾ ਆਪਣੇ ਪੈਰਾਂ 'ਚ ਪਾਈਏ। ਇਹ ਬੇੜੀਆਂ ਪਾ ਰਹੇ ਹਾਂ ਅਸੀਂ, ਇਹਨਾਂ ਵਿੱਚ ਜਕੜੇ, ਅਸੀਂ ਤੇ ਬੇੜੀਆਂ ਤੋਂ ਆਜ਼ਾਦ ਹੋਣਾ, ਪਰ ਅਸੀਂ ਆਪਣੇ ਆਪਣੇ ਨਾਮ ਨੂੰ ਅੱਗੇ ਰੱਖ ਕੇ ਸਗੋਂ ਬੇੜੀਆਂ ਆਪਣੇ ਪੈਰਾਂ 'ਚ ਖੁਦ ਪਾ ਰਹੇ ਹਾਂ।
ਧਿਆਨ ਦੇ ਕੇ ਸਮਝਿਓ। ਜਦੋਂ ਗੁਰੂ ਅਰਜਨ ਦੇਵ ਜੀ ਲਾਹੌਰ ਗਏ ਤੇ ਭਾਈ ਸਹਾਰੀ ਮੱਲ ਗੁਰੂ ਸਾਹਿਬ ਦੇ ਤਾਇਆ ਜੀ ਜਿਹੜੇ ਨੇ, ਉਹਨਾਂ ਨੇ ਵੀ ਬੜੇ ਅੱਗੇ ਹੋ ਕੇ ਸੇਵਾ ਕੀਤੀ, ਬੜੇ ਪਿਆਰ ਨਾਲ ਭੇਜ ਕੇ ਉਹਨਾਂ ਨੇ ਸੇਵਾ ਕੀਤੀ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਤਾਇਆ ਜੀ ਤੁਸੀਂ ਸਾਡੇ ਤੋਂ ਵੱਡੇ ਹੋ, ਅਸੀਂ ਤੁਹਾਡੇ ਤੋਂ ਉਮਰ ਕਰਕੇ ਛੋਟੇ ਆ, ਇਸ ਲਈ ਤੁਸੀਂ ਬੈਠੋ, ਅਸੀਂ ਜਿਹੜਾ ਉਹ ਸੇਵਾ ਤੁਹਾਡੀ ਵੀ ਜਿਹੜਾ ਉਹ ਸੇਵਾ ਵਿੱਚ ਹਾਜ਼ਰ ਹੋਵਾਂਗੇ। ਤੁਸੀਂ ਸਾਡੇ ਤਾਇਆ ਜੀ ਲੱਗਦੇ ਹੋ, ਤੁਸੀਂ ਬੈਠੋ, ਅਸੀਂ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ। ਤੇ ਸਹਾਰੀ ਮੱਲ ਜੀ ਨੇ ਪਤਾ ਕੀ ਆਖਿਆ? ਕਹਿਣ ਲੱਗੇ, ਗੁਰੂ ਅਰਜਨ ਦੇਵ ਜੀ ਮਹਾਰਾਜ, ਇਹ ਜਿਹੜਾ ਤਾਇਆ ਜੀ ਕਹਿ ਕੇ ਤੁਸੀਂ ਮੇਰੇ ਪੈਰ ਵਿੱਚ ਬੇੜੀਆਂ ਨਾ ਪਾਓ। ਮੈਂ ਸੇਵਕ ਬਣ ਕੇ ਸੇਵਾ ਕਰਨਾ ਚਾਹੁੰਦਾ। ਤੇ ਮਹਾਰਾਜ ਵੀ ਕਹਿੰਦੇ, ਸੇਵਕ ਕੋ ਸੇਵਾ ਬਣ ਆਈ, ਕਰ ਸੇਵਾ ਸੇਵਕ ਪ੍ਰਭ ਆਪਣੇ, ਜਿਨ ਮਨ ਕੀ ਇੱਛ ਪੁਜਾਈ। ਸੇਵਾ ਕਰ ਪਰ ਸੇਵਕ ਬਣ ਕੇ ਕਰ, ਮਾਲਕ ਬਣ ਕੇ ਨਾ ਕਰ। ਮਾਲਕ ਇੱਕੋ ਹੀ ਹੈ, ਦੇਣ ਵਾਲਾ ਦਾਤਾ ਇੱਕੋ ਹੀ ਹੈ। ਇਸ ਲਈ ਸਹਾਰੀ ਮੱਲ ਜੀ ਨੇ ਆਖਿਆ, ਗੁਰੂ ਸਾਹਿਬ ਜੀ ਮੈਂ ਠੀਕ ਆ, ਤੁਹਾਡਾ ਤਾਇਆ ਰਿਸ਼ਤੇ ਵਿੱਚ ਲੱਗਦਾ, ਪਰ ਇਹ ਰਿਸ਼ਤੇਦਾਰੀ ਵਿੱਚ ਲਿਆ ਕੇ ਬੇੜੀਆਂ ਨਾ ਪਾਓ। ਜੇ ਤੁਸੀਂ ਆਹ ਬੇੜੀਆਂ ਪਾਤੀਆਂ ਰਿਸ਼ਤੇਦਾਰੀਆਂ ਵਾਲੀ, ਫਿਰ ਮੇਰੇ ਕੋਲੋਂ ਸੇਵਾ ਨਹੀਂ ਹੋਣੀ, ਫਿਰ ਸੇਵਕ ਬਣ ਕੇ ਮੈਂ ਸੇਵਾ ਨਹੀਂ ਕਮਾ ਸਕਾਂਗਾ, ਅੰਦਰ ਹੰਕਾਰ ਆ ਜਾਏਗਾ। ਬਸ ਆਹੀ ਬੇੜੀਆਂ ਅੱਜ ਵੀ ਦੇਖ ਰਹੇ ਹਾਂ, ਅਸੀਂ ਆਪਣੇ ਆਪਣੇ ਨਾਮ ਦੀ ਬੇੜੀ ਸੇਵਾ ਵਿੱਚ ਪਾ ਰਹੇ ਹਾਂ, ਉਹ ਬੇੜੀਆਂ ਸਾਨੂੰ ਹੀ ਜਕੜ ਰਹੀਆਂ ਨੇ। ਬੜੇ ਕਮਾਲ ਦੀ ਗੱਲ ਉੱਥੇ ਕਈ, ਜਦੋਂ ਅਸੀਂ ਪ੍ਰਿੰਸੀਪਲ ਸਤਬੀਰ ਸਿੰਘ ਉਹਨਾਂ ਦੀ ਪੁਸਤਕ ਪੜ੍ਹੀ ਹੈ ਨਾ, ਗੁਰੂ ਅਰਜਨ ਦੇਵ ਮਹਾਰਾਜ ਦੀ ਪ੍ਰਤੱਖ ਹਰ, ਉਹਦੇ ਵਿੱਚ ਇਹਦਾ ਜ਼ਿਕਰ ਕੀਤਾ ਹੋਇਆ ਹੈ। ਖੈਰ, ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਜਿੱਥੇ ਲਾਹੌਰ ਦੇ ਵਿੱਚ ਗੁਰੂ ਸਾਹਿਬ ਨੇ ਬਖਸ਼ਿਸ਼ਾਂ ਵਰਤਾਈਆਂ, ਉੱਥੇ ਫਿਰ ਅੰਮ੍ਰਿਤਸਰ ਸਾਹਿਬ ਦੇ ਵਿੱਚ ਗੁਰੂ ਸਾਹਿਬ ਜੀ ਨੇ ਜੋ ਆਰੰਭ ਸਰੋਵਰ ਦੀ ਆਰੰਭਤਾ ਗੁਰੂ ਰਾਮਦਾਸ ਜੀ ਨੇ ਕੀਤੀ ਸੀ, ਉਹਦੀ ਮੁਕੰਮਲਤਾ ਗੁਰੂ ਅਰਜਨ ਦੇਵ ਜੀ ਕਰਦੇ ਨੇ। ਔਰ ਉਹਦੇ ਵਿਚਕਾਰ ਡਿਠੇ ਸਭੇ ਥਾਮ ਨਹੀਂ ਤੁਧ ਜਹਿਆ, ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਉਸਾਰੀ, ਜਿਹਦੇ 4 ਦਰਵਾਜ਼ੇ ਰੱਖ ਕੇ ਰਾਹ ਇੱਕੋ ਹੀ ਬਣਾਇਆ, ਕਿਉਂਕਿ ਇਹ ਉਹ ਘਰ ਹੈ ਜਿੱਥੇ ਕਿਸੇ ਨਾਲ ਊਚ ਨੀਚਤਾ ਦਾ ਵਿਤਕਰਾ ਨਹੀਂ ਹੁੰਦਾ। ਇਹ ਉਹ ਘਰ ਹੈ ਜਿੱਥੇ ਅਮੀਰ ਹੋਵੇ, ਗਰੀਬ ਹੋਵੇ, ਵੱਡਾ ਹੋਵੇ, ਛੋਟਾ ਹੋਵੇ, ਕਿਸੇ ਵੀ ਧਰਮ ਦਾ ਹੋਵੇ, ਮੁਲਕ ਦਾ ਹੋਵੇ, ਵਰਗ ਦਾ ਹੋਵੇ, ਉਹ ਜਦੋਂ ਵੀ ਗੁਰੂ ਰਾਮਦਾਸ ਜੀ ਦੇ ਘਰ ਆਏ ਤਾਂ ਇੱਕੋ ਹੀ ਰਾਹ ਤੋਂ ਚੱਲ ਕੇ ਆਏ, ਵੱਖਰੇ ਵੱਖਰੇ ਰਾਹਾਂ ਤੋਂ ਨਹੀਂ। ਭਾਵ ਵੱਖਰੀ ਵੱਖਰੀ ਮੱਤ ਲੈ ਕੇ ਨਹੀਂ ਆਉਣਾ, ਵੱਖਰੀ ਵੱਖਰੀ ਸੋਚ ਲੈ ਕੇ ਨਹੀਂ ਆਉਣਾ। ਜਿਹਨੇ ਵੀ ਆਉਣਾ ਉਹ ਇੱਕ ਗੁਰੂ ਦੀ ਮੱਤ ਲੈ ਕੇ ਆਵੇ, ਤੇ ਗੁਰੂ ਦੀ ਮੱਤ ਦੇ ਨਾਲ ਹੀ ਇੱਕ ਸੋਚ ਆਪਣੇ ਅੰਦਰ ਰੱਖ ਕੇ ਜਾਵੇ। ਫਿਰ ਕੋਈ ਵੈਰੀ, ਕੋਈ ਬੇਗਾਨਾ ਨਹੀਂ ਤੁਹਾਡਾ। ਜਦੋਂ ਇੱਕ ਮੱਤ, ਇੱਕ ਸੋਚ, ਇੱਕ ਰਾਹ ਹੋ ਜਾਏਗਾ, ਫਿਰ ਕੀ ਹੋਏਗਾ? ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ, ਹਮਕੋ ਬਨ ਆਈ। ਕਹਿੰਦੇ ਉਦੋਂ ਆਹ ਅਵਸਥਾ ਤੁਹਾਡੀ ਬਣ ਜਾਏਗੀ। ਜਿੱਥੇ ਗੁਰੂ ਸਾਹਿਬ ਜੀ ਨੇ ਸਾਨੂੰ ਏਡੀਆਂ ਬਖਸ਼ਿਸ਼ਾਂ ਦਿੱਤੀਆਂ, ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਉਸਾਰੀ, ਉਹਦੇ ਵਿੱਚ ਬਾਣੀ ਦਾ ਪ੍ਰਕਾਸ਼ ਕਰਕੇ ਸਾਨੂੰ ਬਾਣੀ ਗੁਰੂ ਹੈ ਬਾਣੀ ਦੇ ਨਾਲ ਜੋੜਿਆ। ਸਤਿਗੁਰੂ ਮਹਾਰਾਜ ਜੀ ਨੇ ਤਰਨ ਤਾਰਨ ਸਾਹਿਬ ਦੇ ਪਵਿੱਤਰ ਅਸਥਾਨ ਦੀ ਰਚਨਾ ਜਿਹੜੀ ਕੀਤੀ, ਇਹ ਸਮਝਾਉਣ ਵਾਸਤੇ ਉੱਥੇ ਵੀ ਗੁਰੂ ਸਾਹਿਬ ਨੇ ਕਿਰਪਾ ਵਰਤਾਈ। ਸਾਹਿਬ ਜੀ ਕਹਿੰਦੇ, ਧਿਆਨ ਰੱਖਿਓ, ਜਿਹੜੇ ਮੋਹ ਦੀਆਂ ਜੰਜੀਰਾਂ ਵਿੱਚ ਫਸੇ ਹੋਏ ਹੋ ਨਾ, ਜਿਨ੍ਹਾਂ ਨਾਲ ਮੋਹ ਪਾ ਕੇ ਬੈਠੇ ਹੋ, ਅੰਤ ਵੇਲੇ ਕਿਸੇ ਨੇ ਸਹਾਈ ਨਹੀਂ ਹੋਣਾ। ਅੱਜ ਜਦੋਂ ਤੁਹਾਨੂੰ ਕਿਤੇ ਰੋਗ ਲੱਗ ਗਿਆ ਨਾ, ਤੇ ਆਪਣਿਆਂ ਨੇ ਪੱਲਾ ਪਹਿਲਾਂ ਝਾੜ ਜਾਣਾ ਹੈ। ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ, ਅੱਜ ਵੇਖ ਹੀ ਰਹੇ ਆ, ਜਿਹੜਾ ਅੱਜ ਰੋਗ ਕਿਸੇ ਨੂੰ ਘਰ ਵਿੱਚ ਲੱਗ ਗਿਆ, ਆਪਣੇ ਪਹਿਲਾਂ ਪਿੱਛੇ ਹੋ ਜਾਂਦੇ ਨੇ ਸਾਥ ਛੱਡ ਕੇ। ਤੇ ਜੇ ਕੱਲ ਨੂੰ ਕਿਤੇ ਉਹ ਮੌਤ ਵੱਸ ਹੋ ਜਾਏ, ਤੇ ਅਸੀਂ ਉਹ ਆਪਣਾ ਰਿਸ਼ਤਾ ਸਭ ਕੁਝ ਭੁਲਾ ਕੇ ਉਹਨੂੰ, ਉਹਦੇ ਨੇੜੇ ਜਾਣ ਨੂੰ ਤਿਆਰ ਨਹੀਂ ਹੁੰਦੇ। ਸਤਿਗੁਰੂ ਮਹਾਰਾਜ ਨੇ ਉੱਥੇ ਦਿਖਾਇਆ, ਕਹਿਣ ਲੱਗੇ ਧਿਆਨ ਰੱਖਿਓ, ਜੇ ਤੁਹਾਡੇ ਤਨ ਤੇ ਕੋਹੜ ਦਾ ਰੋਗ ਪੈ ਗਿਆ ਤੇ ਤੁਹਾਡੇ ਬੱਚਿਆਂ ਨੇ ਤੁਹਾਨੂੰ ਘਰੋਂ ਬਾਹਰ ਕਿਤੇ ਦੂਰ ਛੱਡ ਆਉਣਾ, ਕਿਤੇ ਇਹ ਰੋਗ ਸਾਨੂੰ ਨਾ ਲੱਗ ਜਾਏ।
ਪਰ ਗੁਰੂ ਸਾਹਿਬ ਨੇ ਉੱਥੇ ਵੀ ਕਿਰਪਾ ਕੀਤੀ ਨਾਮ ਬਾਣੀ ਨਾਲ ਜੋੜ ਕੇ। ਜਿੱਥੇ ਗੁਰੂ ਸਾਹਿਬ ਸਾਡੇ ਮਨ ਦਾ ਕੋੜ ਦੂਰ ਕਰਦੇ ਨੇ, ਉੱਥੇ ਤਨ ਦਾ ਵੀ ਕੋੜ ਦੂਰ ਕਰਦੇ। ਬਹੁਤ ਐਸੇ ਤੁਹਾਨੂੰ ਸਰੀਰ ਮਿਲ ਜਾਣਗੇ, ਰੂਹਾਂ ਮਿਲ ਜਾਣਗੀਆਂ, ਜਿਨ੍ਹਾਂ ਦੇ ਮਨ ਦੇ ਰੋਗ ਦੇ ਨਾਲ ਨਾਲ ਤਨ ਦੇ ਰੋਗ ਵੀ ਗੁਰੂ ਸਾਹਿਬ ਨੇ ਦੂਰ ਕੀਤੇ ਨੇ। ਤਰਨ ਤਾਰਨ ਸਾਹਿਬ ਵਰਗਾ ਪਵਿੱਤਰ ਅਸਥਾਨ ਜਿਹੜਾ ਉਹ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਆ। ਅਨੰਤ ਜਿਹੜੇ ਨੇ ਧਰਮ ਦੇ ਅਸਥਾਨ, ਕਰਤਾਰਪੁਰ ਦੇ ਵਿੱਚ ਗੁਰੂ ਸਾਹਿਬ ਨੇ 2 ਕਰਤਾਰਪੁਰ ਨੇ। ਇੱਕ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਉਸਾਰਿਆ, ਤੇ ਇੱਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਜੋ ਅੱਜ ਜਲੰਧਰ ਦੇ ਨੇੜੇ ਹੈ। ਮੁੱਕਦੀ ਗੱਲ, ਗੁਰੂ ਅਰਜਨ ਦੇਵ ਮਹਾਰਾਜ ਸੱਚ ਤੇ ਹੱਕ ਦੀ ਗੱਲ ਕਰਦਿਆਂ ਆਖਿਆ ਵੀ ਜੋ ਗੁਰਬਾਣੀ ਵਿੱਚ ਸੱਚ ਹੈ ਉਹੀ ਦੁਨੀਆ ਨੂੰ ਸਮਝਾਇਆ ਜਾਏਗਾ ਕਿ ਨਫ਼ਰਤ ਈਰਖਾ ਆਪਣੇ ਵਿੱਚੋਂ ਦੀ ਖਤਮ ਕਰ ਦਿਓ। ਪਰ ਘਰ ਦੇ ਵਿੱਚੋਂ ਹੀ ਜਿਹੜੀ ਸੀ ਉਹ ਨਫ਼ਰਤ ਐਸੀ ਚੱਲ ਪਈ ਕਿ ਵਿਰੋਧ ਘਰ ਵਿੱਚੋਂ ਹੀ ਪ੍ਰਿਥੀ ਚੰਦ ਦੇ ਰੂਪ ਵਿੱਚੋਂ ਸ਼ੁਰੂ ਹੋ ਗਿਆ। ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਘਰ ਦੇ ਵਿੱਚ ਬਖਸ਼ਿਸ਼ ਮਿਲੀ ਹੈ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਆਨੰਦ ਕਾਰਜ ਮਾਤਾ ਗੰਗਾ ਜੀ ਦੇ ਨਾਲ ਹੁੰਦਾ ਹੈ। ਆ ਨੇੜੇ ਹੀ ਹੈ ਮਊ ਸਾਹਿਬ, ਜਿੱਥੇ ਆਪਾਂ ਜਿਸ ਸਥਾਨ ਦੇ ਦਰਸ਼ਨ ਕਰਦੇ ਹਾਂ, ਉਸ ਮਊ ਪਿੰਡ ਦੇ ਵਿੱਚ ਸਮਾਂ ਪਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਦੇ ਰੂਪ ਵਿੱਚ ਦਾਤ ਆਈ, ਤੇ ਮਹਾਰਾਜ ਨੇ ਇੱਕੋ ਗੱਲ ਕਰਕੇ ਸ਼ੁਕਰਾਨਾ ਕੀਤਾ, ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ। ਤੇ ਇਤਿਹਾਸਕਾਰ ਕਹਿੰਦੇ ਨੇ ਬਚਪਨ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੇ ਤਨ ਨੂੰ ਵੀ ਰੋਗ ਆਇਆ, ਪਰ ਗੁਰੂ ਸਾਹਿਬ ਜੀ ਨੇ ਇੱਕੋ ਗੱਲ ਆਖੀ ਸੀ ਕਿ ਬਹੁਤੇ ਉਪਾਅ ਕਰਨ ਨਾਲੋਂ ਇੱਕੋ ਹੀ ਉਪਾਅ ਕਰ ਲਓ ਕਿ ਉਸ ਪਰਮੇਸ਼ਵਰ ਨੂੰ ਧਿਆ ਲਓ। ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਧਿਆਇਆ, ਵਹਿਮਾਂ ਭਰਮਾਂ ਵਿੱਚ ਪੈਣ ਦੀ ਬਜਾਏ ਇੱਕ ਉਸ ਰੱਬ ਨੂੰ ਧਿਆ ਲਓ। ਅੱਜ ਵੀ ਜਿਹੜੇ ਅਸੀਂ ਆ ਦੁੱਖ ਤੇ ਰੋਗ ਦੇ ਦੌਰ ਵਿੱਚੋਂ ਲੰਘ ਰਹੇ ਹਾਂ, ਕੋਈ ਕਹਿੰਦਾ ਆਹ ਕਰ ਲਓ, ਕੋਈ ਕਹਿੰਦਾ ਉਹ ਕਰ ਲਓ, ਸਭ ਵਹਿਮ ਭਰਮ ਛੱਡੋ, ਇੱਕ ਪਰਮੇਸ਼ਵਰ ਅੱਗੇ ਅਰਦਾਸ ਕਰੋ, ਉਹਦੇ ਨਾਮ ਨੂੰ ਬੈਠ ਕੇ ਸਿਮਰ ਲਓ। ਕਿਉਂਕਿ ਜੇ ਦੁੱਖ ਤੇ ਭੁੱਖ ਤੋਂ ਸਾਨੂੰ ਛੁਟਕਾਰਾ ਮਿਲਣਾ ਤਾਂ ਉਹ ਸਿਰਜਣਹਾਰ ਦੇ ਨਾਮ ਨੂੰ ਜਪ ਕੇ ਹੀ ਮਿਲਣਾ ਹੈ। ਤਾਈ ਤੇ ਕਬੀਰ ਜੀ ਨੇ ਵੀ ਆਖਿਆ, ਕਹਿਣ ਲੱਗੇ ਮੈਂ ਤਾਂ ਉਹਨੂੰ ਜਪਦਾ ਜਿਹਨੇ ਸਾਰੇ ਸੰਸਾਰ ਦੀ ਰਚਨਾ ਤੇ ਜਿਹਨੇ ਜਮ ਦੀ ਰਚਨਾ ਕੀਤੀ, ਮੈਂ ਤੇ ਪਰਵਤਗਾਰ ਦੇ ਨਾਲ ਜੁੜਿਆ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਇੱਕ ਨੂੰ ਧਿਆਓ, ਇੱਕ ਨਾਲ ਜੁੜ ਜਾਓ, ਇੱਕ ਜਿਹਨੇ ਤੁਹਾਨੂੰ ਪਾਲਣਾ, ਜਿਹਨੇ ਸੰਭਾਲਣਾ ਤੇ ਜਿਹਨੇ ਤੁਹਾਡੀ ਸਿਰਜਣਾ ਕੀਤੀ ਹੈ। ਫਿਰ ਗੁਰੂ ਸਾਹਿਬ ਅੱਗੇ ਭਾਵੇਂ ਜਿੰਨੇ ਮਰਜ਼ੀ ਹੰਕਾਰ ਨਾਲ ਚੜ ਕੇ ਆਏ, ਉਹ ਸੁਲਹੀ ਖਾਂ ਵਰਗੇ ਹੋਣ, ਭਾਵੇਂ ਸੁਲਭੀ ਖਾਂ ਵਰਗੇ ਹੋਣ, ਭਾਵੇਂ ਉਹ ਚੰਦੂ ਵਰਗਾ ਹੋਵੇ, ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਉਸ ਵੇਲੇ ਭਾਵੇਂ ਉਹ ਜਹਾਂਗੀਰ ਵਰਗਾ ਹੋਵੇ, ਭਾਵੇਂ ਉਹ ਮੁਰਤਜ਼ਾ ਖਾਂ ਵਰਗਾ ਹੋਵੇ, ਇਹ ਜਿੰਨੇ ਵੀ ਹੰਕਾਰ ਦੇ ਨਾਲ ਚੜ ਕੇ ਆਉਣ ਵਾਲੇ ਨੇ, ਗੁਰੂ ਅਰਜਨ ਦੇਵ ਮਹਾਰਾਜ ਨੇ ਪਰਵਾਹ ਨਹੀਂ ਕੀਤੀ। ਕਿਉਂ? ਕਿਉਂਕਿ ਸਾਹਿਬ ਜੀ ਕਹਿੰਦੇ ਆ ਸੱਚ ਦੇ ਮਾਰਗ ਤੇ ਤੁਰਨਾ, ਤੇ ਸੱਚ ਦੇ ਮਾਰਗ ਤੇ ਹੀ ਤੁਰਨਾ, ਉਹਦੇ ਲਈ ਭਾਵੇਂ ਤਤੀ ਤਵੀ ਤੇ ਵੀ ਕਿਉਂ ਨਾ ਬਹਿਣਾ ਪੈ ਜਾਏ, ਪਰ ਸੱਚ ਦਾ ਮਾਰਗ ਗੁਰੂ ਸਾਹਿਬ ਨੇ ਨਾ ਛੱਡਿਆ ਤੇ ਨਾ ਸਾਨੂੰ ਆਖਿਆ ਵੀ ਤੁਸੀਂ ਛੱਡਣਾ। ਬਸ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਕਹਿੰਦੇ ਤੁਸੀਂ ਸੱਚ ਦੇ ਮਾਰਗ ਤੇ ਤੁਰਨਾ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀਆਂ ਬੜੀਆਂ ਬਖਸ਼ਿਸ਼ਾਂ ਰਹਿਮਤਾਂ ਸਾਨੂੰ ਮਿਲਦੀਆਂ ਨੇ। ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਜਿਹੜਾ ਸਿੱਖੀ ਦਾ ਧੁਰਾ ਹੈ, ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਔਰ ਬੀਬੀ ਭਾਨੀ ਜੀ ਦੀ ਕੁੱਖ ਨੂੰ ਭਾਗ ਲਾਉਂਦਿਆਂ ਹੋਇਆਂ, ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ ਜਿਨੀ ਗੁਰੂ ਜਣਿਆ ਮਾਏ। ਅੱਜ ਦੇ ਦਿਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਜਿਹੜਾ ਹੈ ਉਹ ਅਪ੍ਰੈਲ ਦੇ ਇਸ ਦਿਨ ਦੇ ਵਿੱਚ 1563 ਈਸਵੀ ਨੂੰ ਸਤਿਗੁਰੂ ਜੀ ਦਾ ਅੱਜ ਪ੍ਰਕਾਸ਼ ਹੁੰਦਾ ਹੈ। ਤੇ ਜਦੋਂ ਅਸੀਂ ਗੁਰੂ ਸਾਹਿਬ ਜੀ ਦੀ ਉਸਤਤ ਵਿੱਚ ਬਚਨ ਪੜ੍ਹਦੇ ਹਾਂ, ਆਰੰਭ ਵਿੱਚ ਭਾਈ ਸਾਹਿਬ ਨੇ ਵੀ ਪੜ੍ਹੇ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਨ੍ਹਾਂ ਨੇ ਭਾਵਨਾ ਨਾਲ ਤੁਹਾਡੇ ਚਰਨਾਂ ਵਿੱਚ ਜੁੜ ਕੇ ਇੱਕ ਨੂੰ ਜਪਿਆ, ਉਹ ਹਰ ਸੰਕਟ ਤੋਂ ਬਚ ਗਿਆ। ਸਭ ਤੋਂ ਵੱਡਾ ਸੰਕਟ ਹੈ ਜੰਮਣ ਮਰਨ ਦਾ, ਔਰ ਦੂਸਰਾ ਸੰਕਟ ਆ ਜਿਹੜਾ ਸਮਾਜ ਵਿੱਚ ਸਾਡੇ ਸਾਹਮਣੇ
ਉਹ ਜਿੰਨੇ ਮਰਜ਼ੀ ਪ੍ਰਕਾਰ ਦਾ ਸੰਕਟ ਹੋਵੇ ਸਾਰੇ ਹੀ ਦੂਰ ਹੋ ਜਾਂਦੇ ਨੇ ਜਿਨ੍ਹਾਂ ਨੇ ਗੁਰੂ ਦਾ ਪੱਲਾ ਪਕੜ ਕੇ ਇੱਕ ਪਰਮੇਸ਼ਵਰ ਦੇ ਨਾਮ ਨੂੰ ਜਪਿਆ ਹੈ। ਤੇ ਜਦੋਂ ਤੱਕ ਸਾਡੇ ਭਾਗ ਨਹੀਂ ਜਾਗਦੇ ਉਹਨਾਂ ਚਿਰ ਪੂਰੇ ਗੁਰੂ ਦਾ ਮਿਲਾਪ ਵੀ ਨਹੀਂ ਹੋਣਾ। ਜਬ ਲਓ ਨਹੀਂ ਭਾਗ ਲਿਲਾਰ ਉਦੇ ਤਬ ਲਓ ਭ੍ਰਮ ਤੇ ਫਿਰਤੇ ਬਹੁਤ ਆਇਓ ਕਲ ਘੋਰ ਸਮੁੰਦਰ ਮੈਂ ਬੂਡਤ ਥੇ ਕਬਹੂ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਯਹ ਮਥਰਾ। ਮਥਰਾ ਭੱਟ ਦਾ ਨਾਮ ਹੈ। ਭੱਟ ਜੀ ਕਹਿ ਰਹੇ ਨੇ ਤਤ ਵਿਚਾਰ ਯਹ ਮਥਰਾ ਜਗ ਤਾਰਨ ਕੋ ਅਵਤਾਰ ਬਣਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨ ਆਇਓ। ਜਪਿਓ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਤੁਹਾਡਾ ਆਸਰਾ ਲੈ ਕੇ ਗੁਰਬਾਣੀ ਨੂੰ ਜਪਿਆ ਸੱਚੇ ਨਾਮ ਨੂੰ ਜਪਿਆ ਉਹ ਫਿਰ ਮੁੜ ਕੇ ਇਸ ਗਰਭ ਜੋਨ ਵਾਲੇ ਸੰਕਟ ਦੇ ਵਿੱਚ ਨਹੀਂ ਆਇਆ। ਅੱਜ ਵੀ ਆਪਾਂ ਗੁਰੂ ਸਾਹਿਬ ਦਾ ਆਸਰਾ ਲੈ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਜਿੱਥੇ ਅਸੀਂ ਇਸ ਦੁੱਖ ਦੀ ਘੜੀ ਵਿੱਚੋਂ ਦੀ ਗੁਜ਼ਰ ਰਹੇ ਹਾਂ ਸਾਰਾ ਸੰਸਾਰ ਹੀ ਗੁਜ਼ਰ ਰਿਹਾ ਹੈ। ਹਰ ਵਰਗ ਹਰ ਧਰਮ ਦਾ ਪ੍ਰਾਣੀ ਮੁਲਕ ਦਾ ਪ੍ਰਾਣੀ ਇਸ ਦੁੱਖ ਇਸ ਸੰਕਟ ਦੀ ਘੜੀ ਵਿੱਚੋਂ ਦੀ ਗੁਜ਼ਰ ਰਿਹਾ। ਆਓ ਪਿਆਰ ਨਾਲ ਭਿੱਜ ਕੇ ਰਲ ਕੇ ਮਿਲ ਕੇ ਆਪਾਂ ਜਿੰਨੇ ਗੁਰੂ ਚਰਨਾਂ 'ਚ ਬੈਠੇ ਹਾਂ ਜਾਂ ਮੀਡੀਆ ਰਾਹੀਂ ਘਰਾਂ 'ਚ ਜੁੜੇ ਬੈਠੇ ਹਾਂ ਅਸੀਂ ਵੀ ਗੁਰੂ ਅਰਜਨ ਦੇਵ ਮਹਾਰਾਜ ਤੁਹਾਡੇ ਰਾਹੀਂ ਸੱਚੇ ਨਾਮ ਦਾ ਜਾਪ ਕਰ ਲਈਏ ਤਾਂ ਕਿ ਇਸ ਸੰਕਟ ਦੀ ਘੜੀ ਵਿੱਚੋਂ ਤੇ ਜਿਹੜਾ ਗਰਭ ਜੋਣ ਵਾਲਾ ਸੰਕਟ ਹੈ ਉਹਦੇ ਵਿੱਚੋਂ ਸਾਡਾ ਸਦੀਵੀ ਸਦਾ ਲਈ ਛੁਟਕਾਰਾ ਹੋ ਸਕੇ। ਅਸੀਂ ਵੀ ਭਾਵਨਾ ਨਾਲ ਜੋ ਮਥਰਾ ਭੱਟ ਜੀ ਕਹਿੰਦੇ ਨੇ ਆਪਣੀ ਰਸਨਾ ਨੂੰ ਪਵਿੱਤਰ ਕਰੀਏ। ਜਪਿਓ ਜਿਨ ਅਰਜਨ ਦੇਵ ਗੁਰੂ ਜਪਿਓ ਜਿਨ ਅਰਜਨ ਦੇਵ ਗੁਰੂ ਜਪਿਓ ਜਿਨ ਅਰਜਨ ਦੇਵ ਗੁਰੂ ਜਪਿਓ ਜਿਨ ਅਰਜਨ ਦੇਵ ਗੁਰੂ। ਫਿਰ ਸੰਕਟ ਜੋਨ ਗਰਭ ਨ ਆਇਓ ਫਿਰ ਸੰਕਟ ਜੋਨ ਗਰਭ ਨ ਆਇਓ ਫਿਰ ਜਪਿਓ ਜਿਨ ਅਰਜਨ ਦੇਵ ਗੁਰੂ ਜਪਿਓ ਜਿਨ ਅਰਜਨ ਦੇਵ ਗੁਰੂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਮੁੱਚੀ ਸੰਗਤਾਂ ਨੂੰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਵਧਾਈਆਂ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ। ਗੁਰਦੁਆਰਾ ਸਾਹਿਬ ਤੋਂ ਜਿੱਥੇ ਅਨੰਤ ਉਪਰਾਲੇ ਸਮੇਂ-ਸਮੇਂ ਨਾਲ ਹੁੰਦੇ ਨੇ ਉੱਥੇ ਲੋੜਵੰਦਾਂ ਵਾਸਤੇ ਰੋਜ਼ਾਨਾ ਗੁਰੂ ਕੇ ਲੰਗਰਾਂ ਦੇ ਪ੍ਰਵਾਹ ਜਿਹੜੇ ਨੇ ਉਹ ਚੱਲ ਰਹੇ ਨੇ। ਸਤਿਗੁਰੂ ਕਿਰਪਾ ਕਰਨ। ਇਹ ਉਦਮ ਉਪਰਾਲਾ ਗੁਰੂ ਸਾਹਿਬ ਜੀ ਇਸੇ ਤਰ੍ਹਾਂ ਬਖਸ਼ਦੇ ਰਹਿਣ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਸਭਨਾਂ ਨੂੰ ਸਤਿਗੁਰੂ ਮਹਾਰਾਜ ਜੀ ਰਹਿਮਤਾਂ ਵਰਤਾਉਂਦਿਆਂ ਇਸ ਦੁੱਖ ਇਸ ਸੰਕਟ ਦੀ ਘੜੀ ਦੇ ਵਿੱਚੋਂ ਕੱਢ ਕੇ ਖੁਸ਼ੀਆਂ ਦੀਆਂ ਦਾਤਾਂ ਜਿਹੜੀਆਂ ਨੇ ਉਹ ਬਖਸ਼ਣ। ਕਬੀਰ ਜੀ ਨੇ ਜੋ ਅੱਜ ਜ਼ਿਕਰ ਕੀਤਾ ਕਿ ਮੈਂ ਉਸ ਪਰਵਤਦਿਗਾਰ ਨੂੰ ਸਿਮਰਦਾ ਜਪਦਾ ਜਿਨੇ ਇਸ ਜੰਮੂਏ ਨੂੰ ਵੀ ਸਿਰਜਿਆ। ਜੰਮ ਦੀ ਰਚਨਾ ਕੀਤੀ ਹੈ ਇਸ ਲਈ ਮੈਂ ਜੰਮ ਤੋਂ ਡਰਦਾ ਨਹੀਂ ਤੇ ਮੈਨੂੰ ਜੰਮ ਦੀ ਪਰਵਾਹ ਨਹੀਂ ਜੰਮ ਦਾ ਡਰ ਨਹੀਂ। ਕਿਉਂਕਿ ਮੈਂ ਉਸ ਪਰਵਤਦਿਗਾਰ ਦੇ ਨਾਲ ਜੁੜਿਆ ਹਾਂ। ਜੋ ਕਬੀਰ ਸਾਹਿਬ ਜੀ ਵੀ ਸਾਨੂੰ ਇੱਕ ਪਰਮੇਸ਼ਵਰ ਨਾਲ ਜੋੜਨਾ ਚਾਹੁੰਦੇ ਨੇ ਅਸੀਂ ਰਲ ਮਿਲ ਕੇ ਜੁੜੀਏ ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਵਿਚਾਰਾਂ ਦੀ ਭੁੱਲ ਖਿਮਾ ਆਪ ਜੀ ਸਤਿਗੁਰੂ ਜੀ ਬਖਸ਼ ਦੇਣਾ। ਬੇਅੰਤ ਭੁੱਲਾਂ ਹੋਈਆਂ ਨੇ ਵਿਚਾਰਾਂ ਕਰਦਿਆਂ ਸਤਿਗੁਰੂ ਜੀ ਵੀ ਅੱਗੇ ਤੋਂ ਸਮੱਤ ਬਖਸ਼ ਕੇ ਆਪ ਵਿਚਾਰ ਕਰਵਾ ਲੈਣ। ਕਬੀਰ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ ਜੀ। ਕਬੀਰ ਮੇਰੀ ਬੁੱਧ ਕੋ ਜਮ ਨਾ ਕਰੈ ਤਿਸ ਕਾਰ
ਜਿਨ ਇਹ ਜਮੁਆ ਸਿਰਜਿਆ ਸੋ ਜਪਿਆ ਪਰਵਦਿਗਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ।